Please subscribe to our YouTube channel and press the bell icon for the latest updates. ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਵੈਲਕਮ ਟੂ ਦ ਮਨਦੀਪ ਕੌਰ ਸਿੱਧੂ ਸ਼ੋ। ਅੱਜ ਸਾਡੇ ਨਾਲ ਮੌਜੂਦ ਨੇ ਨਵਤੇਸ਼ ਸਿੰਘ। ਅੱਜ ਅਸੀਂ ਗੱਲ ਕਰਾਂਗੇ ਸਟੂਡੈਂਟਸ ਬਾਰੇ, ਬਿਕੋਜ਼ ਕੋਵਿਡ ਕਰਕੇ ਬਹੁਤ ਹੀ ਜ਼ਿਆਦਾ ਮਾਹੌਲ ਜਿਹੜਾ ਹੈ ਉਹ ਉਲਟ-ਪੁਲਟ ਹੋਇਆ ਹੈ ਐਂਡ lot of parents are very worried about their kids। ਤੇ kids ਵੀ ਇੱਕ ਡਿਫਰੈਂਟ ਮਾਈਂਡ ਸੈਟਅਪ 'ਚ ਪਹੁੰਚ ਗਏ ਆ। ਕੋਈ ਸੋਲੂਸ਼ਨ ਨਹੀਂ ਨਜ਼ਰ ਆ ਰਿਹਾ, ਕੋਈ ਡਾਇਰੈਕਸ਼ਨ ਨਹੀਂ ਨਜ਼ਰ ਆ ਰਹੀ। ਵੀ ਵਿਲ ਟਾਕ ਅਬਾਊਟ ਕਿ ਸਟੂਡੈਂਟਸ ਦੀ ਇਸ ਟਾਈਮ ਕੀ ਕੰਡੀਸ਼ਨ ਚੱਲ ਰਹੀ ਹੈ ਐਂਡ ਸਪੈਸ਼ਲੀ ਉਹਨਾਂ ਦੀ ਐਜੂਕੇਸ਼ਨ ਤੇ ਗੱਲ ਕਰਾਂਗੇ ਕਿ ਉਹਨਾਂ ਦੀ ਐਜੂਕੇਸ਼ਨ ਨਾਲ ਰਿਲੇਟਡ ਪ੍ਰੋਬਲਮਸ ਨੂੰ ਜਿਹੜਾ ਉਹ ਕਿੱਦਾਂ ਸੋਲਵ ਕੀਤਾ ਜਾ ਸਕਦਾ ਹੈ। ਹਮੇਸ਼ਾ ਹੀ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਬਡਿੰਗ ਐਂਟਰਪ੍ਰੀਨਿਓਰਸ ਨੂੰ ਮੈਂ ਆਪਣੇ ਸ਼ੋਅ ਤੇ ਲੈ ਕੇ ਆਵਾਂ। ਮੈਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਨਾਲ ਅੱਜ ਨਵਤੇਸ਼ ਜਿਹੜੇ ਆ ਉਹ ਇੱਥੇ ਮੌਜੂਦ ਨੇ ਤੇ ਅੱਜ ਅਸੀਂ ਗੱਲ ਕਰਾਂਗੇ ਇੱਕ ਇਹਨਾਂ ਦੇ ਸਟਾਰਟਅਪ ਬਾਰੇ ਵੀ, ਸਾਇੰਸ ਜੈਨਿਕ, ਜੋ ਕਿ ਇਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਖੋਲਿਆ ਹੈ। ਸੋ ਨਵਤੇਸ਼, ਵੈਲਕਮ ਟੂ ਦ ਸ਼ੋਅ। ਥੈਂਕ ਯੂ। ਸਭ ਤੋਂ ਪਹਿਲਾਂ ਤੇ ਗੱਲ ਕਰਾਂਗੇ ਤੁਹਾਡੀ ਅਕੈਡਮਿਕ ਬੈਕਗ੍ਰਾਉਂਡ ਬਾਰੇ ਤੇ ਥੋੜਾ ਜਿਹਾ ਆਪਣੀ ਫੈਮਿਲੀ ਬਾਰੇ ਦੱਸੋ। ਐਕਚੁਅਲੀ ਮੇਰੇ ਫਾਦਰ ਆਲਰੇਡੀ ਇਲੈਕਟ੍ਰੀਕਲ ਇੰਜੀਨੀਅਰ ਨੇ, ਹੈਵਿੰਗ ਗਵਰਨਮੈਂਟ ਜੌਬ ਓਵਰ ਹੀਅਰ। ਮੇਰੀ ਅਪਬ੍ਰਿੰਗਿੰਗ ਕੀ ਸੀ, ਸਾਡੇ ਸਾਰੇ ਸਿੱਖਾਂ ਦਾ ਫੋਕਸ ਹੁੰਦਾ ਕਿ ਸ਼੍ਰੀ ਗੁਰੂ ਹਰਕ੍ਰਿਸ਼ਨ ਸਕੂਲ। ਅਸੀਂ ਉਸ ਸਕੂਲ 'ਚ ਮੇਰੀ +2 ਤੱਕ ਉੱਥੇ ਐਜੂਕੇਸ਼ਨ ਹੋਈ। ਉਸ ਤੋਂ ਬਾਅਦ ਮੈਂ ਮੇਨਸ ਕਲੀਅਰ ਕੀਤਾ, ਮੇਰੀ ਬੈਂਗਲੌਰ ਹਿੰਦੁਸਤਾਨ ਐਵੀਏਸ਼ਨ ਅਕੈਡਮੀ 'ਚ ਐਡਮਿਸ਼ਨ ਹੋ ਗਈ। ਆਈ ਹੈਵ ਕੰਪਲੀਟਡ ਮਾਈ ਐਰੋਨੌਟਿਕਲ ਇੰਜੀਨੀਅਰਿੰਗ ਓਵਰ ਦੇਅਰ। ਦੈਨ ਮੇਰੀ ਇੰਟਰਨਸ਼ਿਪ ਓਵਰ HAL, ਹਿੰਦੁਸਤਾਨ ਐਰੋਨੌਟਿਕਸ ਲਿਮਟਿਡ, ਸਾਰਿਆਂ ਨੂੰ ਪਤਾ ਉਸ ਬਾਰੇ ਵੀ। ਉਹ 'ਚ ਮੇਰੀ ਇੰਟਰਨਸ਼ਿਪ ਹੋਈ ਐਂਡ ਆਲ ਦੋਸ ਗੋਇੰਗ ਥਰੂ ਦਿਸ ਪ੍ਰੋਸੈਸ ਬਟ ਆਈ ਆਬਜ਼ਰਵ ਕਿ ਸਾਨੂੰ ਜਿਹੜੀ ਨੌਲੇਜ ਬੇਸ ਐਜੂਕੇਸ਼ਨ ਹੈ ਉਸ ਦੀ ਬਹੁਤ ਕਮੀ ਹੈ। ਐਕਚੁਅਲੀ ਅਸੀਂ ਕੀ ਕਿਹਾ ਕਿ ਹੋ ਸਕਦਾ ਕਿ ਮੈਂ ਸਟਾਰਟਿੰਗ ਤੋਂ ਮੈਂ ਆਬਜ਼ਰਵ ਕੀ ਕੀਤਾ ਕਿ ਅਸੀਂ ਨਾ ਸਿਰਫ ਲਰਨ ਕਰ ਰਹੇ ਹਾਂ, ਆਬਜ਼ਰਵ ਨਹੀਂ। ਬਹੁਤ ਫਰਕ ਇੱਕ ਲਰਨ ਕਰਕੇ ਜਾਂ ਆਬਜ਼ਰਵ ਕਰਕੇ ਕਰਨ ਚ। ਜਾਂ ਤਾਂ ਮੈਂ ਇੱਕ ਪੈਰਾਗ੍ਰਾਫ ਰੱਟ ਲਿਆ ਜਾਂ ਮੈਂ ਉਹਨੂੰ ਸਮਝ ਲਿਆ। ਸਟਾਰਟਿੰਗ ਤੋਂ ਹੀ ਬੱਚੇ ਤੇ ਇੱਕ ਫੋਕਸ ਕਰ ਰਿਹਾ, ਰੱਟ ਰਹੇ ਆ ਬਟ ਵੈਨ ਆਈ ਗॉट ਓਵਰ देयर, ਜਦੋਂ ਮੈਂ ਆਪਣੇ ਤੇ ਐਕਸਪੀਰੀਅੰਸ ਕੀਤਾ, ਇਹ ਆਬਜ਼ਰਵ ਕੀਤਾ ਕਿ ਸਾਨੂੰ ਵੈਲਿਊ ਬੇਸ ਸਿਸਟਮ, ਕਿ ਸਾਨੂੰ ਆਬਜ਼ਰਵੇਸ਼ਨ ਦੇ ਉੱਪਰ ਚੱਲਣਾ ਪਏਗਾ। ਸਿਰਫ ਰਿਟਨ ਦੇ ਨਾਲ ਜਾਂ ਸਿਰਫ ਉਹ ਵਰਡਸ ਨੂੰ ਕਲੀਅਰ ਕਰਨ ਨਾਲ ਸਾਡੀ ਫਰਦਰ ਐਜੂਕੇਸ਼ਨ ਕਿਤੇ ਐਕਸਟੈਂਡ ਨਹੀਂ ਕਰ ਸਕਦੀ। ਸਭ ਤੋਂ ਪਹਿਲੇ ਇਹੀ ਫੋਕਸ ਕੀਤਾ ਕਿ ਸਟਾਰਟ ਹੈਲਪਿੰਗ ਦ ਸਟੂਡੈਂਟਸ ਆਫ ਅੰਮ੍ਰਿਤਸਰ ਵਿਦ ਦਿਸ ਫੋਕਸ, ਕਿ ਇੱਥੇ ਦੇ ਬੱਚਿਆਂ ਨੂੰ ਵੈਲਿਊ ਬੇਸ ਸਿਸਟਮ ਜ਼ਰੂਰ ਸਮਝ ਆਵੇ। ਨਵਤੇਸ਼ ਨੇ ਹੁਣੇ ਮੈਂਸ਼ਨ ਕੀਤਾ ਕਿ ਹੀ ਇਜ਼ ਐਰੋਨੌਟਿਕਲ ਇੰਜੀਨੀਅਰ ਤੇ ਮੇਰੇ ਸ਼ੋਅ ਤੇ ਮੈਂ ਕਹਾਂਗੀ ਕਿ ਫਰਸਟ ਐਰੋਨੌਟਿਕਲ ਇੰਜੀਨੀਅਰ ਅੱਜ ਇੱਥੇ ਆਏ। ਆਈ ਹਰਡ ਅਬਾਊਟ ਸਾਇੰਸ ਜੈਨਿਕ ਅੰਮ੍ਰਿਤਸਰ ਦੇ ਵਿੱਚ ਐਂਡ ਸਪੈਸ਼ਲੀ ਮੈਂ ਆਪਣੀ ਆਡੀਅנס ਨੂੰ ਦੱਸਣਾ ਚਾਹੁੰਦੀ ਕਿ ਇਟਸ ਦੇ ਆਰ ਹੋਮ ਟਿਊਟਰ ਸਪੈਸ਼ਲਿਸਟ। ਪਹਿਲਾਂ ਬੜੇ ਜ਼ਮਾਨੇ 'ਚ ਇਦਾਂ ਸੁਣਿਆ ਸੀ ਕਿ ਗੁਰੂ ਘਰ ਆਉਂਦੇ ਸੀ ਪੜਾਉਣ ਜਾਂ ਸ਼ਿਸ਼ੇ ਜਾ ਰਹੇ ਆ ਗੁਰੂ ਕੋਲ ਪੜਨ। ਦਿਸ ਇਜ਼ ਸਮਥਿੰਗ ਕਿ ਫੇਰ ਇਸ ਚੀਜ਼ ਦੀ ਲੋੜ ਪੈ ਗਈ ਕਿ ਜਿਹੜੇ ਟੀਚਰਸ ਆ ਉਹ ਦੇ ਕੈਨ ਆਲਸੋ ਗੋ ਟੂ ਦ ਹੋਮ ਐਂਡ ਦੇ ਕੈਨ ਟੀਚ ਸਟੂਡੈਂਟ ਜਿਹੜੇ ਵੀ ਉਹਨੂੰ ਉਸ ਚੀਜ਼ ਨੂੰ ਅਫੋਰਡ ਕਰ ਸਕਦੇ। ਥੋੜਾ ਜਿਹਾ ਆਪਣੇ ਵੈਂਚਰ ਬਾਰੇ ਦੱਸੋ, ਸਾਇੰਸ ਜੈਨਿਕ ਬਾਰੇ ਦੱਸੋ, ਇਹਦੇ ਵਿੱਚ ਤੁਹਾਡੀ ਟੀਮ ਕਿੱਦਾਂ ਦੀ ਹੈ, ਪਲੱਸ ਵਾਟ ਇਜ਼ ਦ ਕਨਸੈਪਟ ਸਾਇੰਸ ਜੈਨਿਕ ਕੀ ਹੈ। ਬਿਲਕੁਲ ਜੈਸਾ ਤੁਸੀਂ ਨੇ ਕਿਹਾ ਨਾ ਕਿ ਗੁਰੂ ਜਦੋਂ ਸ਼ਿਸ਼ੇ ਦੇ ਘਰ ਜਾ ਰਹੇ ਨੇ, ਇੱਥੇ ਬੇਸਿਕ ਕਨਸੈਪਟ ਆਉਂਦਾ ਹੈ ਕਿ ਸਾਡੀ ਹਾਈ ਕੁਆਲਿਟੀ ਐਜੂਕੇਸ਼ਨ ਸਿਸਟਮ, ਇੱਕ ਇੰਟਰੈਕਸ਼ਨ ਬਿਟਵੀਨ ਟੀਚਰ ਤੇ ਸਟੂਡੈਂਟ ਦੇ। ਅਸੀਂ ਪੁਰਾਣੇ ਜ਼ਮਾਨੇ ਦੀ ਗੱਲ ਕਰ ਲਈਏ, ਜਦੋਂ ਬੜੇ ਸਾਡੇ ਵਿਦਵਾਨ ਬਜ਼ੁਰਗ, ਜਦੋਂ ਸਾਇੰਟਿਸਟ ਦੀ ਵੀ ਗੱਲ ਕਰ ਲਈ, ਕਾਫੀ ਪੁਰਾਣੇ ਸਾਇੰਟਿਸਟ ਅਸੀਂ ਨਾਮ ਵੀ ਕਈਆਂ ਦੇ ਜਾਣਦੇ ਹਾਂ। ਅਗਰ ਅਸੀਂ ਉਹਨਾਂ ਦਾ ਆਬਜ਼ਰਵ ਕਰੀਏ, ਉਹਨਾਂ ਦੀ ਟੀਚਰ ਤੇ ਸਟੂਡੈਂਟ ਦੀ ਇੰਟਰੈਕਸ਼ਨ ਉਹ ਹਾਈਐਸਟ ਸੀ, ਕਿ ਉਹ ਸਭ ਤੋਂ ਜ਼ਿਆਦਾ ਟਾਈਮ ਫੋਕਸ ਕਰਦੇ ਸੀ ਕਿ ਸਟੂਡੈਂਟ ਤੇ ਟੀਚਰ ਦੇ ਵਿੱਚ ਜਿੰਨਾ ਟਾਈਮ ਜ਼ਿਆਦਾ ਸਪੈਂਡ ਹੋਵੇ। ਬਟ ਅਗਰ ਅਸੀਂ ਉਸੇ ਚੀਜ਼ ਨਾਲ ਰਿਐਲਿਟੀ ਨਾਲ ਗੱਲ ਕਰੀਏ ਤੇ ਬੱਚੇ ਸਕੂਲ ਵੀ ਜਾ ਰਹੇ, ਟਿਊਸ਼ਨ ਵੀ ਜਾ ਰਹੇ ਹੈ, ਇੱਕ ਪਰਟੀਕੂਲਰ ਸਟੂਡੈਂਟ ਤੇ ਟੀਚਰ ਦੀ ਜਿਹੜੀ ਇੰਟਰੈਕਸ਼ਨ ਹੈ ਉਹ ਖਤਮ ਹੋ ਗਈ ਹੈ। ਸਟੂਡੈਂਟ ਚਾਹੇ ਸਕੂਲ 'ਚ ਜਾ ਕੇ 5 ਤੋਂ 7 ਟੀਚਰ ਜ਼ਰੂਰ ਮਿਲਦੇ ਨੇ, ਪਰ ਉਹਨਾਂ ਨਾਲ ਸਪੈਸ਼ਲ ਇੱਕ ਪਰਸਨਲ ਜੋ ਇੰਟੈਂਸ਼ਨ ਕੁਝ ਨਹੀਂ ਹੈਗੀ, ਜਿਹਦੇ ਨਾਲ ਕੀ ਹੈ ਕਿ ਬੱਚਾ ਉਹ ਜੋ ਵੈਲਿਊਜ਼ ਹੈ ਉਹ ਆਬਜ਼ਰਵ ਨਹੀਂ ਕਰ ਪਾਉਂਦਾ। ਬੇਸਿਕਲੀ ਸਾਇੰਸ ਜੈਨਿਕ ਨੂੰ ਜੇ ਆਪਾਂ ਥੋੜੇ ਸ਼ਬਦਾਂ ਦੇ ਵਿੱਚ ਐਕਸਪਲੇਨ ਕਰਨਾ ਹੋਵੇ ਤੇ ਕੀ ਹੈ? ਤਾਂ ਅਗਰ ਅਸੀਂ ਨੂੰ ਪ੍ਰੋਪਰਲੀ ਐਕਸਪਲੇਨ ਕਰੀਏ, ਸਾਇੰਸ ਜੈਨਿਕ ਇੱਕ ਹੋਮ ਟਿਊਟਰਿੰਗ, ਜਿਸ ਤੇ 1-on-1 ਕਲਾਸ, ਇੱਕ ਟੀਚਰ ਇੱਕ ਸਟੂਡੈਂਟ ਐਂਡ ਟੀਚਰ ਦਾ ਟੋਟਲ ਸਮਾਂ ਸਟੂਡੈਂਟ ਨੂੰ ਡਿਵੋਟ ਹੋਵੇ, ਇਸ ਕਨਸੈਪਟ ਨੂੰ ਲੈ ਕੇ ਅਸੀਂ ਅੱਗੇ ਆਏ ਹਾਂ। ਇਟ ਇਜ਼ ਅ ਸਪੈਸ਼ਲਾਈਜ਼ਡ ਸਰਵਿਸ। ਮੈਂ ਜਦੋਂ ਇਹਦੇ ਬਾਰੇ ਸੁਣਿਆ, ਮੈਨੂੰ ਬਹੁਤ ਜ਼ਿਆਦਾ ਇਹ ਚੀਜ਼ ਮੈਨੂੰ ਕੈਚ ਕੀਤੀ, ਕਿਉਂਕਿ ਇਵਨ ਮੈਂ ਆਪਣੀ ਗੱਲ ਕਰਾਂ ਤੇ ਇੰਨੇ ਅਸੀਂ ਵੱਡੇ ਵੀ ਹੋ ਗਏ, ਫਿਰ ਵੀ ਮਨ ਕਰਦਾ ਕਿ ਕੋਈ ਸਪੈਸ਼ਲ ਅਟੈਂਸ਼ਨ ਦੇ ਕੇ ਸਾਨੂੰ ਜਿਹੜਾ ਉਹ ਪੜ੍ਹਾਏ। ਤੇ ਬਿਲਕੁਲ ਨਵਤੇਸ਼ ਨਾਲ ਮੈਂ ਸਹਿਮਤ ਹਾਂ ਕਿ ਜਦੋਂ ਅਸੀਂ ਕਲਾਸ 'ਚ ਪੜ੍ਹਦੇ ਹਾਂ ਜਾਂ ਅਸੀਂ ਫਿਰ ਜਦੋਂ ਅਸੀਂ ਡਿਫਰੈਂਟ ਟਾਈਪ ਦੀਆਂ ਟਿਊਸ਼ਨਸ ਲੈਂਦੇ ਹਾਂ, ਫਿਰ ਵੀ ਜਿਹੜੀ ਉਹ 1-on-1 ਅਟੈਂਸ਼ਨ ਆ, ਜਿਹੜਾ ਇੱਕ ਫੋਕਸ ਆ, ਉਹ ਨਹੀਂ ਹੋ ਪਾਉਂਦਾ। ਪਲੱਸ ਟੀਚਰ ਤੇ ਸਟੂਡੈਂਟ ਦਾ ਇੱਕ ਰਿਲੇਸ਼ਨਸ਼ਿਪ ਬੜਾ ਸਟਰੋਂਗ ਹੁੰਦਾ। ਕਈ ਵਾਰੀ ਪੇਰੈਂਟਸ ਇੰਨਾ ਜ਼ਿਆਦਾ ਕਹਿ ਦਿੰਦੇ
ਉਹ ਗੱਲ ਨਹੀਂ ਟੱਚ ਕਰਦੀ ਜਿੰਨਾ ਕਿ ਇੱਕ ਟੀਚਰ ਜਦੋਂ ਬੱਚੇ ਨੂੰ ਮੋਟੀਵੇਟ ਕਰ ਦਿੰਦਾ ਤੇ ਉਹ ਕਿਤੇ ਦਾ ਕਿਤੇ ਪਹੁੰਚ। ਮੇਰੀ ਲਾਈਫ 'ਚ ਬੜੇ ਇਹੋ ਜਿਹੇ ਅੱਛੇ ਟੀਚਰਸ ਨੇ ਕਿ ਜਿਨ੍ਹਾਂ ਨੂੰ ਅੱਜ ਵੀ ਮੈਂ ਯਾਦ ਕਰਦੀ ਹਾਂ ਤੇ ਆਪਣੀ ਜੇ ਮੈਂ ਸਕਸੈਸ ਬਾਰੇ ਸੋਚਦੀ ਹਾਂ ਤੇ ਮੈਂ ਸੋਚਦੀ ਕਿ ਹਾਂ ਇਸ ਟੀਚਰ ਨੇ ਮੈਨੂੰ ਇੱਥੇ ਇਹ ਮੌਕਾ ਦਿੱਤਾ ਸੀ, ਇਸ ਕਰਕੇ ਮੇਰੀ ਸੋਚ ਜਿਹੜੀ ਹੈ ਇਦਾਂ ਦੀ ਹੋਈ। ਅੱਜ ਅਸੀਂ ਗੱਲ ਕਰਾਂਗੇ ਕਿ ਕਰੰਟ ਸਿਨੈਰੀਓ ਜਿਹੜਾ ਕੀ ਚੱਲ ਰਿਹਾ ਅੱਜ ਕੱਲ। ਅਸੀਂ ਆਫਲਾਈਨ ਤੋਂ ਆਨਲਾਈਨ ਕਲਾਸ ਤੇ ਆ ਗਏ ਹਾਂ, ਸੋ ਇਜ਼ ਇਟ ਸਕਸੈਸਫੁਲ? ਸਟੂਡੈਂਟਸ ਤੇ ਦਾ ਕੀ ਅਸਰ ਪੈ ਰਿਹਾ? ਅਗਰ ਅਸੀਂ ਪਾਰਟਿਕੂਲਰਲੀ ਆਨਲਾਈਨ ਕਲਾਸਿਸ ਦੀ ਗੱਲ ਕਰੀਏ ਤਾਂ ਹਾਂ, ਆਨਲਾਈਨ ਕਲਾਸਿਸ ਨੌਲੇਜ ਤਾਂ ਕਾਫੀ ਵਾਈਡ ਪ੍ਰੋਵਾਈਡ ਕਰ ਸਕਦੀਆਂ, ਟੀਚਰ ਅੱਛੇ ਨੌਲੇਜ ਦੇ, ਪਰ ਇੱਥੇ ਇੰਟਰੈਕਸ਼ਨ ਫਿਰ ਉਸੇ ਗੱਲ ਆਉਂਦੀ ਕਿ ਇੰਟਰੈਕਸ਼ਨ ਦੀ ਬਹੁਤ ਲੋੜ। ਸਾਨੂੰ ਚਾਹੀਦਾ ਕਿ ਸਟੂਡੈਂਟ ਆਪਣੀ ਮਰਜ਼ੀ ਨਾਲ ਕੈਮਰੇ ਅੱਗੇ ਬੈਠੇ, ਆਪਣੀ ਮਰਜ਼ੀ ਨਾਲ ਟੀਚਰ ਦੀ ਗੱਲਾਂ ਨੂੰ ਆਬਜ਼ਰਵ ਕਰੇ, ਆਪਣੀ ਮਰਜ਼ੀ ਨਾਲ ਨੋਟ ਕਰੇ ਤਾਂ ਫਿਰ ਪੜ੍ਹੇ। ਪਰ ਅਸੀਂ ਸਟਾਰਟਿੰਗ ਤੋਂ ਜਾਣਦੇ ਕਿ ਇਹ ਚੀਜ਼ ਬਹੁਤ ਹੀ ਡਿਫਿਕਲਟ ਹੈ। ਬੱਚੇ ਅੱਜ ਅਗਰ ਅਸੀਂ ਬਤਾ ਕਰੀਏ ਤੇ 80% ਬੱਚੇ ਜ਼ੂਮ ਕਲਾਸਿਸ ਔਨ ਕਰਕੇ, ਆਨਲਾਈਨ ਕਲਾਸਿਸ ਔਨ ਕਰਕੇ, ਕੈਮਰਾ ਬੰਦ ਕਰਕੇ ਵਾਪਸ ਸੋ ਜਾਂਦੇ ਨੇ। ਉਹ ਉਹਨਾਂ ਇੰਟਰੈਕਸ਼ਨ ਨਹੀਂ ਬਣਾ ਪਾ ਰਹੇ। ਇੱਕ ਟੀਚਰ ਦੀ ਪ੍ਰੈਜ਼ੈਂਸ ਹੋਣੀ ਬਹੁਤ ਜ਼ਰੂਰੀ ਹੈ। ਮੈਂ ਵੀ ਇਹੀ ਜਿਹੜਾ ਮੇਰੇ ਮਾਈਂਡ ਦੇ ਵਿੱਚ ਆਂਦਾ ਕਿ ਜਦੋਂ ਇਹ ਪੂਰਾ ਹੋਇਆ ਕਿ ਸਕੂਲ ਜਿਹੜੇ ਬਿਲਕੁਲ ਵੀ ਨਹੀਂ ਖੁੱਲਨੇ, ਇਦਾਂ ਬੜਾ ਮਨ ਵਿੱਚ ਆਂਦਾ ਸੀ ਕਿ ਐਟਲੀਸਟ 5% 10% ਸਟੂਡੈਂਟ ਹੀ ਸਕੂਲ ਜਾ ਕੇ ਉਹ ਚੀਜ਼ ਕਰ ਸਕਣ। ਕਿਉਂਕਿ ਸਾਡੇ ਜ਼ਮਾਨੇ 'ਚ ਕੀ ਸੀ, ਕਿਉਂਕਿ ਹੁਣ ਮੈਂ ਭਾਵੇਂ ਅਸੀਂ 10 ਸਾਲ ਪਹਿਲਾਂ ਹੀ ਪੜ੍ਹਾਈ ਛੱਡੀ ਹੋਵੇ ਤੇ ਫਿਰ ਵੀ ਇਹੀ ਕਹਿਣਾ ਪੈਂਦਾ ਕਿ ਸਾਡੇ ਜ਼ਮਾਨੇ ਦੇ ਵਿੱਚ, ਬਿਕਾਜ਼ ਉਦੋਂ ਇੱਕ ਲੈਕਚਰ ਮਿਸ ਕਰਨਾ ਵੀ ਲੱਗਦਾ ਸੀ ਕਿ ਪਤਾ ਨਹੀਂ ਕਿੰਨਾ ਲਾਸ ਹੋ ਰਿਹਾ। ਤੇ ਅੱਜ ਕੱਲ ਤੇ ਆਵਰਸ ਐਂਡ ਆਵਰਸ ਆਫ ਡੇਜ਼ ਐਂਡ ਵੀਕਸ ਆਫ ਵੀਕ ਦਾ ਬੜਾ ਜਿਹੜਾ ਨਹੀਂ ਬੱਚੇ ਜਿਹੜਾ ਉਹ ਸਪੇਸ ਤੇ ਨਹੀਂ ਪੜ ਰਹੇ ਜਦੋਂ ਇੱਕ ਪਹਿਲਾ ਜ਼ਮਾਨਾ ਸੀ। ਸੋ ਵਾਟ ਡੂ ਯੂ ਥਿੰਕ ਕਿ ਤੁਸੀਂ ਵੀ ਸਟੱਡੀ ਕੀਤਾ ਹੋਏਗਾ, ਇੰਨੇ ਲੋਕਾਂ ਨਾਲ ਇੰਟਰੈਕਟ ਕੀਤਾ ਹੋਏਗਾ ਕਿ ਜਿਹੜਾ ਇੱਕ ਕਨਸੈਪਟ ਕਲੀਅਰ ਹੋਣਾ ਬੱਚੇ ਦੇ ਮਾਈਂਡ ਦੇ ਵਿੱਚ ਉਹ ਆਨਲਾਈਨ ਕਿੰਨਾ ਕੁ ਪੋਸੀਬਲ? देखो ऑनलाइन अगर कहिए तो ऑनलाइन क्लासेस की एफिशिएंसी बहुत ही घट हुई है। कंसेप्ट क्लियर करने से काफी प्रॉब्लम्स आ रही हैं। एक जो बच्चे ने टीचर ਨੂੰ ਸਾਹਮਣੇ ਦੇਖ ਕੇ ਜੋ ਟੀਚਰ ਨੇ ਉਹਨੂੰ ਡਾਇਰੈਕਟਲੀ ਸਮਝਾਣਾ ਹੈ, ਔਰ ਇੱਥੇ ਆਨਲਾਈਨ ਕਲਾਸ ਇੱਕ ਵੀਡੀਓ ਦੇਖ ਕੇ ਉਹ ਪ੍ਰੋਪਰ ਕਨਸੈਪਟ ਨਹੀਂ ਸਮਝ ਆਉਂਦਾ। ਹਰ ਬੱਚੇ ਦੀ ਇੱਕ ਲਰਨਿੰਗ ਸਪੀਡ ਅਲੱਗ ਹੈ, ਇੱਕ ਲਰਨਿੰਗ ਪਾਵਰ ਅਲੱਗ ਹੈ ਕਿ ਉਹ ਜੋ ਟੀਚਰ ਕਨਸਟੈਂਟ ਸਪੀਡ ਤੇ ਜੋ ਚੱਲ ਰਹੇ ਹੁੰਦੇ ਨੇ। ਤੇ ਇੱਥੇ ਮੈਂ ਕਹੂੰਗਾ ਅਗਰ 100 ਬੱਚੇ ਨੇ ਤੇ ਮੁਸ਼ਕਿਲ ਨਾਲ ਸ਼ਾਇਦ ਇੱਕ ਜਾਂ ਦੋ ਨੂੰ ਹੀ ਕਨਸੈਪਟ ਕਲੀਅਰ ਹੋਵੇ। 98% ਬੱਚਿਆਂ ਦੇ ਕਨਸੈਪਟ ਨਹੀਂ ਕਲੀਅਰ ਹੋ ਪਾਉਂਦੇ। ਜਿੱਦਾਂ ਕਿ ਆਨਲਾਈਨ ਬੱਚਿਆਂ ਦੇ ਟੈਸਟ ਹੁੰਦੇ ਨੇ, ਅੱਜ ਕੱਲ ਸਕੂਲਸ ਵੀ ਆਨਲਾਈਨ ਪੇਪਰ ਲੈ ਰਹੇ ਨੇ। 10th ਤੇ 12th ਇੰਨੀ ਈਜ਼ੀ ਹੋ ਗਈ ਹੋਈ ਹੈ, ਮੈਂ ਕਹਿੰਦੀ ਕਾਸ਼ ਮੈਂ ਵੀ ਮੇਰੇ ਜ਼ਮਾਨੇ 'ਚ ਵੀ ਇਦਾਂ ਹੀ ਹੁੰਦਾ। Do you think ਟੈਸਟ ਲੈਣਾ ਵੀ ਕੋਈ ਵਰਥ ਹੈਗੀ ਉਹਦੀ, ਕਿਉਂਕਿ ਦੂਸਰੀ ਸਾਈਡ ਤੇ ਗੂਗਲ ਨੇ ਤੇ ਖੋਲ ਹੀ ਜਾਣਾ ਵਾ। ਬਿਲਕੁਲ ਰਾਈਟ। ਸੋ ਕਿੰਨਾ ਕੁ ਵਰਥ ਹੈ ਇਸ ਪੁਆਇੰਟ ਤੇ ਨਾ ਬਹੁਤ ਹੀ ਸੀਰੀਅਸ ਚਰਚਾ ਕਰਨ ਦੀ ਲੋੜ ਹੈ, ਕਿਉਂਕਿ ਅਸੀਂ ਦੇਖੀਏ ਜਿਸ ਤਰ੍ਹਾਂ ਹੁਣ 10th ਦੇ ਐਗਜ਼ਾਮ ਬਿਲਕੁਲ ਹੀ ਕੈਨਸਲ ਹੋ ਗਏ, ਬੱਚਿਆਂ ਨੂੰ ਬਿਲਕੁਲ ਹੀ ਪੜ੍ਹਨ ਦੀ ਲੋੜ ਨਹੀਂ ਪਈ। ਉਹਨਾਂ ਕਾਫੀ ਨੇ ਪੜ੍ਹਿਆ ਸੀ, ਆਪਣਾ ਤਿਆਰੀ ਕੀਤੀ ਸੀ, ਉਹਨਾਂ ਨੇ ਕਿਹਾ ਕਿ ਫ੍ਰੀ 'ਚ ਪਾਸ ਹੋ ਗਏ ਸਾਰੇ, ਬਿਲਕੁਲ ਹੀ एकदम स्किप ही हो गए एग्जाम। ऐसा ही +1 +2 ਦੇ ਵੀ ਪੋਸਟਪੋਨ ਹੋ ਰਹੇ ਨੇ। ਹੋਰ ਤੋਂ ਨਾ ਬਹੁਤ ਸਾਰੇ ਇਸ ਤਰ੍ਹਾਂ ਦੀਆਂ ਬੱਚਿਆਂ ਦੇ ਵਿੱਚ ਗੱਲ ਆ ਰਹੀ ਹੈ ਕਿ ਕੋਵਿਡ ਕਰਕੇ ਪੜ੍ਹਾਈ ਹੋਈ ਨਹੀਂ, ਇਹਨਾਂ ਨੇ ਐਗਜ਼ਾਮ ਵੀ ਨਾ ਈਜ਼ੀ ਲੈਣੇ ਆ ਤੇ ਬੱਚਿਆਂ ਦੀ ਕਨਸੈਂਟ੍ਰੇਸ਼ਨ ਟੂਵਰਡਸ ਸਟੱਡੀ ਸੇ ਡੈਡੀਕੇਸ਼ਨ ਨਾ ਖਤਮ ਹੁੰਦੀ ਜਾ। ਮੈਂ ਆਨਲਾਈਨ ਟੈਸਟ ਦੀ ਗੱਲ ਕਰਾਂ, ਅਸੀਂ ਦੇਖ ਰਹੇ ਹਾਂ ਜਦੋਂ ਉੱਥੇ ਸਾਹਮਣੇ ਕੁਐਸਚਨ ਪੇਪਰ ਕੰਪਿਊਟਰ ਤੇ ਆਉਂਦੇ ਨੇ, ਨਾਲ ਹੀ ਗੂਗਲ ਖੁੱਲ ਜਾਂਦਾ ਹੈ ਤੇ ਬੱਚੇ ਕਾਪੀ ਪੇਸਟ ਤੇ ਕਾਪੀ ਪੇਸਟ ਨਾਲ ਅਸੀਂ ਕੋਈ ਟੈਸਟ ਵਰਦੀ ਰਹਿ ਹੀ ਨਹੀਂ ਸਕਦਾ। ਉਸੇ ਬੱਚੇ ਨੂੰ ਨਹੀਂ, ਉਹ ਤਾਂ ਫਿਰ ਅਸੀਂ ਗੂਗਲ ਤੋਂ ਛੱਡ ਕੇ ਉਹ ਤਾਂ ਗੂਗਲ ਦਾ ਟੈਸਟ ਹੋ ਗਿਆ, ਬੱਚੇ ਦਾ ਟੈਸਟ ਤਾਂ ਨਹੀਂ ਕੋਈ। ਮੈਂ ਇੱਕ ਕੁਐਸਚਨ ਹੋਰ ਕਰਨਾ ਚਾਹੁੰਦੀ ਸੀ ਕਿ ਜਿਵੇਂ ਅਸੀਂ 1-on-1 ਟੀਚਿੰਗ ਦੀ ਗੱਲ ਕਰ ਰਹੇ ਹਾਂ, ਕਿੰਨਾ ਤੁਸੀਂ ਇਨਸ਼ੋਰ ਕਰਦੇ ਹੋ, ਖਾਸ ਕਰਕੇ ਜੇ ਆਪਾਂ ਸਾਇੰਸ ਜੈਨਿਕ ਦੀ ਗੱਲ ਕਰੀਏ? ਇਟ ਇਜ਼ ਕਲੀਅਰ ਕਿ ਇਟ ਇਜ਼ ਨਾਟ ਪੋਸੀਬਲ ਕਿ ਸਟੂਡੈਂਟ ਸਾਰੇ ਸਕੂਲ ਜਾਣ ਤੇ ਉਦਾਂ ਪੜ੍ਹਾਈ ਹੋਵੇ, ਰਾਈਟ? ਟਿਊਸ਼ਨ ਸੈਂਟਰਸ ਉਦਾਂ ਹੀ ਚੱਲਣ। ਮੈਂ ਤੇ ਕਹਿੰਦੀ ਆਈ ਡੋਨਟ ਨੋ ਕਿੱਦਾਂ ਇਹਨਾਂ ਨੇ ਕੋਪ ਅਪ ਕੀਤਾ ਹੋਣਾ ਕਿ ਅੰਮ੍ਰਿਤਸਰ ਪੂਰਾ ਗਾਰਡ ਆ ਰਾਣੀ ਕਾ ਬਾਗ ਕਿ ਉਹਨੇ ਕਾਲਜ 'ਚ ਬੱਚੇ ਨਹੀਂ ਜਾਂਦੇ ਜਿੰਨੇ ਉੱਥੇ ਪੜ੍ਹਨ ਆਉਂਦੇ ਸੀ, ਰਾਈਟ? ਜਿਹੜਾ ਸਾਇੰਸ ਜੈਨਿਕ ਦਾ ਕਨਸੈਪਟ ਆ, ਟੀਚਰ ਘਰ ਜਾ ਕੇ ਪੜ੍ਹਾ ਰਿਹਾ ਹੈ, ਉਹ ਕਿੰਨਾ ਕੁ ਸੇਫ? ਜੀ ਅਗਰ ਮੈਂ ਕੰਪੈਰੀਜ਼ਨ ਕਰ, ਇੱਕ ਕਲਾਸ ਜਿੱਥੇ 30 to 40 ਬੱਚੇ ਬੈਠੇ ਆ, ਇੱਕ ਕਲਾਸ ਜਿੱਥੇ ਸਟੂਡੈਂਟ ਤੇ ਟੀਚਰ ਹੀ ਬੈਠੇ ਆ, ਸਾਡੇ ਮਾਈਂਡ 'ਚ ਵੈਸੇ ਇਮੇਜ ਕਲੀਅਰ ਹੋ ਜਾਏਗੀ ਕਿੰਨਾ ਸੇਫ ਹੈਗਾ। ਸੈਕਿੰਡ ਮੈਂ ਗੱਲ ਕਰ ਰਿਹਾ ਪ੍ਰਾਇੋਰਟੀ ਆਫ ਐਜੂਕੇਸ਼ਨ ਦੀ, ਕਿ ਐਜੂਕੇਸ਼ਨ ਦੀ ਸਾਨੂੰ ਪ੍ਰਾਇੋਰਟੀ ਬਹੁਤ ਜ਼ਿਆਦਾ। ਆਬਵੀਅਸ ਹੈ ਕਿ ਅਸੀਂ ਇੱਥੇ ਕੋਵਿਡ ਦੀ ਵੀ ਗੱਲ ਕਰ ਰਹੇ ਹਾਂ ਤੇ ਰਿਸਕ ਜ਼ਰੂਰ ਹੈ। ਉਸ ਵਾਸਤੇ ਅਸੀਂ ਇਹ ਇਨਸ਼ੋਰ ਕੀਤਾ ਕਿ ਹਰ ਟੀਚਰ ਦੀ ਪੀਰੀਓਡਿਕਲੀ ਇੱਕ ਮੈਡੀਕਲ ਨਾ ਐਗਜ਼ਾਮੀਨੇਸ਼ਨ ਹੁੰਦਾ ਹੈ, ਸਿੰਪਟਮਸ ਰੈਗੂਲਰ ਚੈੱਕ ਹੁੰਦੇ ਆ। ਉਸੇ ਤਰ੍ਹਾਂ ਕਿ ਅਸੀਂ ਪੇਰੈਂਟਸ ਨੂੰ ਵੀ ਕਹਿੰਦੇ ਕਿ ਬੱਚਿਆਂ ਦਾ ਰੈਗੂਲਰ ਮੈਡੀਕਲ ਚੈੱਕਅਪ ਰੱਖੋ। ਤੇ ਜਦੋਂ ਕਲਾਸ ਚੱਲ ਰਹੀ ਹੈ ਸਾਰੇ ਟੀਚਰ ਗਲਵਸ, ਮਾਸਕ ਐਂਡ ਸੈਨੀਟਾਈਜ਼ਰ ਯੂਜ਼ ਕਰਦੇ ਨੇ ਤੇ ਸੋਸ਼ਲ ਡਿਸਟੈਂਸ ਬੜੀ ਈਜ਼ੀਲੀ ਕ੍ਰੀਏਟ ਹੋ ਸਕਦਾ। ਹੁਣ 30 ਬੱਚਿਆਂ ਦੀ ਕਲਾਸ 'ਚ ਸੋਸ਼ਲ ਡਿਸਟੈਂਸ ਕ੍ਰੀਏਟ ਕਰਨਾ ਡਿਫਿਕਲਟ ਹੈ, ਬਟ ਜਿੱਥੇ ਹੈ ਹੀ ਪੀਪਲ ਹੀ ਦੋ ਨੇ, ਇੱਕ ਟੀਚਰ ਤੇ ਇੱਕ ਸਟੂਡੈਂਟ, ਆਰਾਮ ਨਾਲ ਸੋਸ਼ਲ ਡਿਸਟੈਂਸ ਵੀ ਮੇਨਟੇਨ ਹੋ ਸਕਦਾ ਹੈ, ਹੱਥ ਸੈਨੀਟਾਈਜ਼ ਵੀ ਹੋ ਸਕਦੇ ਆ ਤੇ ਇਹਨਾਂ ਚੀਜ਼ ਦਾ ਪ੍ਰੀਕਾਸ਼ਨ ਵੀ ਰੱਖਿਆ ਜਾ ਸਕਦਾ ਹੈ। ਮੇਰੀ ਆਬਜ਼ਰਵੇਸ਼ਨ ਨਾਲ ਇਹ ਸੇਫੈਸਟ ਮੋਡ ਆਫ ਐਜੂਕੇਸ਼ਨ ਹੈਗਾ ਇਸ ਕੋਵਿਡ ਦੇ ਟਾਈਮ। See, these are the new minds, latest ਜਿਹੜਾ ਲੇਟੈਸਟ ਅੱਜ ਦਾ ਯੂਥ ਹੈ, they are ready to solve all the problems। ਇਹਨੂੰ ਕਹਿੰਦੇ ਕਿ ਹਾਈਟ ਆਫ ਪੋਜ਼ਿਟਿਵਿਟੀ, ਕਿ ਸਕੂਲ ਨਹੀਂ ਜਾ ਸਕਦੇ ਤੇ ਸਕੂਲ ਨੂੰ ਤੁਹਾਡੇ ਘਰ ਲੈ ਆਉਣਗੇ। ਸਾਈਕੋਲੋਜੀਕਲ ਇਫੈਕਟ ਬਹੁਤ ਜ਼ਿਆਦਾ ਬੱਚਿਆਂ ਦੇ ਪੈ ਗਿਆ, ਰਾਈਟ?
ਕਿਉਂਕਿ ਬੱਚੇ ਦੇ ਲਵ ਟੂ ਇੰਟਰੈਕਟ ਵਿਦ ਈਚ ਅਦਰ, ਪਲੇ ਵਿਦ ਈਚ ਅਦਰ, ਛੇੜਖਾਨੀਆਂ ਕਰਨੀਆਂ, ਮਜ਼ਾਕ ਕਰਨਾ ਇੱਕ ਦੂਜੇ ਨੂੰ ਟਿਫਨ ਕੱਢ ਕੇ ਖਾ ਲੈਣੇ, ਸੋ ਦੇ ਹੈਵ ਪੂਰਾ ਮਤਲਬ ਕਿ ਹੋ ਗਏ ਹੋਏ ਨੇ ਡਿਸਟਰਬ। ਐਕਚੁਅਲੀ ਨਾ ਅਗਰ ਅਸੀਂ ਸੱਚੀ ਗੱਲ ਕਰੀਏ, ਸਕੂਲ ਕਿਸੇ ਜਗ੍ਹਾ ਤੇ ਭੇਜਣਾ ਸਿਰਫ ਇਹ ਨਹੀਂ ਕਿ ਕਲਾਸਿਸ ਲੱਗ ਰਹੀਆਂ, ਜਿਹੜੇ ਇੱਕ ਸਟੂਡੈਂਟ ਕਿਸੇ ਦੂਸਰੇ ਸਟੂਡੈਂਟ ਨਾਲ ਇੰਟਰੈਕਟ ਕਰ ਰਹੇ ਹੁਣ ਅਸੀਂ ਆਪ ਹੀ ਖੇਲੀ, ਜਦੋਂ ਅਸੀਂ ਰਿਸੈਸ ਟਾਈਮ ਹੋਣਾ ਅਸੀਂ ਕਿੰਨੀਆਂ ਗੇਮਸ ਖੇਡਦੇ ਸੀ, ਪਕੜਨ ਪਕੜਾਈ ਖੇਡਣਾ, ਸਟੋਨ ਪੇਪਰ ਸੀਜ਼ਰ ਵਾਲੀ ਗੇਮਸ ਆ ਜਾਂਦੀਆਂ ਸੀ, ਨੇਮ ਅਰਥ ਪਲੇਸ ਵਾਲੀ ਜਗ੍ਹਾ ਆਪਣੇ ਆ ਜਾਂਦੀ ਸੀ, ਰਾਜਾ ਚੋਰ ਸਿਪਾਹੀ ਵਾਲੀ ਗੇਮ। ਐਕਚੁਅਲੀ ਇਹ ਸੈਰੀਬਰਲ ਡਿਵੈਲਪਮੈਂਟ ਕਰਦੀ ਹੈ ਬੱਚੇ ਦੇ ਮਾਈਂਡ। ਇਹ ਨਹੀਂ ਕਿ ਸਿਰਫ ਗੇਮਸ ਨੇ, ਇਹ ਬੱਚੇ ਦੇ ਡਿਵੈਲਪਮੈਂਟ ਰੂਟਸ ਨੇ ਜਿਹੜੇ ਅੱਜ ਦੇ ਜ਼ਮਾਨੇ 'ਚ ਬਿਲਕੁਲ ਖਤਮ ਹੋ ਗਏ। ਸਟੂਡੈਂਟ ਜਿਹੜਾ ਵਾ ਉਹ ਸਾਈਕੋਲੋਜੀਕਲ ਕੀ ਪ੍ਰੋਬਲਮ ਫੇਸ ਕਰ ਰਿਹਾ, ਹਾਊ ਡੂ ਯੂ ਥਿੰਕ ਉਹਨਾਂ ਦਾ ਸਾਈਕੋਲੋਜੀਕਲ ਇਫੈਕਟ ਕੀ ਪਿਆ, ਜਿਹੜਾ ਕਿ ਸ਼ਾਇਦ ਘਰੇ ਬੈਠੇ ਪੇਰੈਂਟਸ ਨੂੰ ਵੀ ਨਹੀਂ ਨਜ਼ਰ ਆ ਰਿਹਾ ਹੋਣਾ। ਐਕਚੁਅਲੀ ਕੀ ਹੈ ਕਿ ਜਦੋਂ ਬੱਚੇ ਕਿਸੇ ਨਾਲ ਨਾ ਇੰਟਰੈਕਟ ਕਰਨ ਨਾ ਆਪਣੇ, ਕਿਉਂਕਿ ਇੱਕ ਬੱਚਾ ਆਪਣੀ ਲੈਂਗੁਏਜ 'ਚ ਦੂਸਰੇ ਆਪਣੇ ਦੋਸਤ ਨੂੰ ਜੋ ਗੱਲ ਕਲੀਅਰ ਕਰ ਸਕਦਾ ਹੈ ਉਹ ਆਪਣੇ ਮੰਮਾ ਪਾਪਾ ਨੂੰ ਨਹੀਂ ਕਰ ਸਕਦਾ, ਜੋ ਗੱਲਾਂ ਇੱਕ ਬੱਚਾ ਆਪਣੇ ਦੂਸਰੇ ਫਰੈਂਡ ਨੂੰ ਕਹਿ ਸਕਦਾ ਹੈ ਉਹ ਆਪਣੇ ਪੇਰੈਂਟਸ ਨੂੰ ਨਹੀਂ ਕਹਿ ਸਕਦਾ। ਇੱਥੇ ਬੱਚਿਆਂ ਤੇ ਬਿਲਕੁਲ ਕੰਜ਼ਰਵ এনवायरमेंट 'ਚ ਰਹਿਣ ਕਰਕੇ ਔਟਿਜ਼ਮ ਬਹੁਤ ਜ਼ਿਆਦਾ ਆਬਜ਼ਰਵ ਕੀਤਾ ਜਾ ਰਿਹਾ ਬੱਚਿਆਂ। ਇਹ 'ਚ ਕੀ ਬੱਚੇ ਚਿੜਚਿੜੇ ਹੋ ਜਾਂਦੇ ਆ, ਲਰਨਿੰਗ ਪਾਵਰ ਡਾਊਨ ਚਲ ਜਾਂਦੀ ਹੈ, ਬੁੱਕਸ ਤੇ ਕਨਸੈਂਟਰੇਸ਼ਨ ਨਹੀਂ ਹੁੰਦਾ, ਕਲਾਸਿਸ ਨਾ ਲਗਾਉਣਾ ਵੀ ਇੱਕ ਇਹਦਾ ਹੀ ਸਾਈਨ ਹੈਗਾ। ਕਿਉਂਕਿ ਸਭ ਤੋਂ ਜ਼ਿਆਦਾ ਪ੍ਰੋਬਲਮ ਆ ਕਿ ਰੂਟੀਨ ਟੁੱਟ ਜਾਂਦੀ ਹੈ। ਇੱਕ ਐਸੀ ਰੂਟੀਨ ਜਿਹੜੀ ਆ ਉਹ ਸਿਰਫ ਬੱਚਿਆਂ ਦੀ ਨਹੀਂ ਸਾਰਿਆਂ ਦੀ ਇੰਨੀ ਬ੍ਰੇਕ ਹੋ ਗਈ ਆ ਕਿ ਸਾਰੇ ਇਹਨੂੰ ਉਸ ਚੀਜ਼ ਤੋਂ ਗੁਜ਼ਰ ਰਹੇ ਨੇ। ਡੂ ਯੂ ਥਿੰਕ ਕਿ ਜਦੋਂ ਸਾਡਾ ਸਕੂਲ ਸੀ, ਕਾਲਜ ਸੀ ਤੇ ਕੌਨਫੀਡੈਂਸ ਜ਼ਿਆਦਾ ਸੀ ਤੇ ਘਰ ਬੈਠੇ ਬੈਠੇ ਕੌਨਫੀਡੈਂਸ ਨਹੀਂ ਬਿਲਡ ਹੋ ਸਕਦਾ? ਹਾਂ ਬਿਲਕੁਲ, ਜਦੋਂ ਤੁਸੀਂ ਇੱਕ ਆਡੀਅנס ਨਾਲ ਇੰਟਰੈਕਟ ਕਰਦੇ ਹੋ ਆਬਵੀਅਸਲੀ ਕਿ ਤੁਹਾਡਾ ਕੌਨਫੀਡੈਂਸ ਵੱਧ ਹੋਏਗਾ। ਘਰ ਤੁਸੀਂ ਇਕੱਲੇ ਹੋ, ਅਸੀਂ ਬਿਲਕੁਲ ਉਸ ਚੀਜ਼ ਤੇ ਨਹੀਂ ਕਹਿ ਸਕਦੇ ਕਿ ਤੁਹਾਡਾ ਘਰ ਇਕੱਲੇ ਬੈਠ ਕੇ ਕੌਨਫੀਡੈਂਸ ਬਿਲਕੁਲ ਹੀ ਨਹੀਂ ਹੋਏਗਾ, ਤੁਸੀਂ ਤਾਂ ਇੰਟਰੋਵਰਟ ਹੋ ਜਾਓਗੇ ਐਕਸਟਰੋਵਰਟ ਹੋਣ ਦੀ ਜਗ੍ਹਾ, ਤੇ ਉਹ ਤੇ ਬੱਚਿਆਂ ਦਾ ਕੌਨਫੀਡੈਂਸ ਕਾਫੀ ਡਾਊਨ ਜਾ ਰਿਹਾ। ਇਹਦਾ ਐਕਚੁਅਲੀ ਅਸੀਂ ਸੋਲੂਸ਼ਨ ਕਾਫੀ ਅੱਛੇ ਅਸੀਂ ਸੋਲੂਸ਼ਨ ਦੇ ਰੱਖੇ ਹੈ ਕਿ ਅਸੀਂ ਸਾਇੰਸ ਜੋ ਕਲਾਸਿਸ ਚੱਲ ਰਹੀਆਂ ਉਹਦੇ ਇਸ ਤਰ੍ਹਾਂ ਇੰਟਰੈਕਸ਼ਨਸ ਰੱਖੀਆਂ। ਹੁਣ ਜਿਹੜੇ ਆਪਣੇ ਡੈਕਲਾਮੇਸ਼ਨ, ਅਸੀਂ ਇੱਕ ਸਪੈਸ਼ਲ ਕਨਸੈਪਟ ਰੱਖਿਆ ਡੈਕਲਾਮੇਸ਼ਨ ਦਾ। ਸਾਡੇ ਟੀਚਰ ਕੀ ਕਰਦੇ ਨੇ ਕਿ ਬੱਚੇ ਦੀ ਇੱਕ ਡੈਕਲਾਮੇਸ਼ਨ ਤਿਆਰ ਕਰਦੇ ਨੇ, ਉਹ ਪੂਰੇ ਘਰ ਦੀ ਜਿੰਨੇ ਵੀ ਮੈਂਬਰਸ ਹੁੰਦੇ ਨੇ ਉਹਨਾਂ ਨੂੰ ਇੱਕ ਜਗ੍ਹਾ ਬਿਠਾਣਾ ਹੈ ਤੇ ਬੱਚੇ ਨੇ ਡੈਕਲਾਮੇਸ਼ਨ ਕਰਨੀ ਹੈ। ਐਸਾ ਡਿਬੇਟ ਕੰਪੀਟੀਸ਼ਨ ਕਰਨਾ ਇਨ ਹਾਊਸ, ਜਿਹਦੇ ਨਾਲ ਕੀ ਬੱਚਿਆਂ ਨੂੰ ਕੌਨਫੀਡੈਂਸ ਆਉਂਦਾ ਹੈ ਸਾਹਮਣੇ ਰਿਪਰੈਜ਼ੈਂਟ ਕਰਨ। ਅਸੀਂ ਅੱਜ ਨਵਤੇਸ਼ ਨਾਲ ਬੈਠੇ ਹਾਂ, ਅਸੀਂ ਅੱਜ ਗੱਲ ਕਰ ਰਹੇ ਹਾਂ ਯੂਅਰ ਹੋਮ ਟਿਊਟਰ ਦੀ, ਬਿਕੋਜ਼ ਇਟਸ ਨਾਟ ਪੋਸੀਬਲ ਫॉर ਸਟੂਡੈਂਟਸ ਟੂ ਗੋ ਟੂ ਦ ਸਕੂਲ। ਇਹਨਾਂ ਨੇ ਇੱਕ ਐਸੇ ਵੈਂਚਰ ਦੇ ਨਾਲ ਆਏ ਨੇ, ਸਪੈਸ਼ਲੀ ਬੈਂਗਲੌਰ ਤੇ ਅੰਮ੍ਰਿਤਸਰ ਦੇ ਵਿੱਚ। ਜਿਹੜਾ ਟੀਚਰ ਆ ਉਹਨੂੰ ਤੁਸੀਂ ਹਾਇਰ ਕਰ ਸਕਦੇ ਹੋ ਐਂਡ ਯੂ نو ਹੀ ਕੈਨ ਟੀਚ ਯੂਰ ਕਿਡਸ, ਪਲੱਸ ਹਾਊ ਇਟ ਇਜ਼ ਡਿਫਰੈਂਟ ਫਰੋਮ ਇੱਕ ਨਾਰਮਲ ਟੀਚਰ ਜਾ ਕੇ ਪੜ੍ਹਾ ਰਿਹਾ ਜਿਹਨੇ ਸਿੱਧੇ ਡਾਇਰੈਕਟ ਪੇਰੈਂਟਸ ਨਾਲ ਕੰਟੈਕਟ ਕਰ ਰਿਹਾ ਤੇ ਉਹਨੇ ਸਾਇੰਸ ਜੈਨਿਕ ਦੇ ਥਰੂ ਟੀਚਰ ਹਾਇਰ ਕੀਤਾ। ਐਕਚੁਅਲੀ ਅਸੀਂ ਇਸ ਜਗ੍ਹਾ ਨਾ ਬਹੁਤ ਹੀ ਡੀਪ ਕਨਸੈਪਟ ਹੈਗਾ ਐਂਡ ਬਹੁਤ ਐਕਚੁਅਲੀ ਜ਼ਰੂਰੀ ਕਨਸੈਪਟ ਹੈਗਾ। ਅਸੀਂ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਸੀ ਗੁਰੂ ਦੀ ਜਾਂ ਫਿਰ ਟੀਚਰ ਦੀ ਗੱਲ ਕਰੀਏ ਤਾਂ ਜ਼ਰੂਰੀ ਨਹੀਂ ਕਿ ਹਰ ਟੀਚਰ ਨੂੰ ਹਰ ਨੌਲੇਜ ਹੋਵੇਗੀ। ਉਹਦੇ ਵਾਸਤੇ ਅਸੀਂ ਕੀ ਕੀਤਾ, ਇੱਕ ਸਪੈਸ਼ਲੀ 4 ਸਟੇਜ ਇੰਟਰਵਿਊ ਪਲੱਸ ਟ੍ਰੇਨਿੰਗ ਇਨੀਸ਼ੀਏਟ ਕੀਤਾ, ਜਿਹਦੇ ਵਿੱਚ ਅਸੀਂ ਟੀਚਰ ਦੀ ਟੀਚਿੰਗ ਸਕਿੱਲਸ, ਉਹਨਾਂ ਦੀ ਐਕਸਪਲੇਨੇਟਰੀ ਸਕਿੱਲਸ, ਉਹਨਾਂ ਦਾ ਕੌਨਫੀਡੈਂਸ, ਉਹਨਾਂ ਦੇ ਬੋਡੀ ਲੈਂਗੁਏਜ ਪਲੱਸ ਉਹਨਾਂ ਦਾ ਬਾਕੀ ਪੂਰੀ ਪ੍ਰੋਪਰ ਨੌਲੇਜ ਪੂਰੀ ਇੰਟਰਵਿਊ ਚ ਕਲੀਅਰ ਕੀਤੀ ਜਾਂਦੀ। ਪਲੱਸ ਉਹਨਾਂ ਨੂੰ 1 ਹਫ਼ਤੇ ਦੀ ਪੂਰੀ ਟ੍ਰੇਨਿੰਗ ਹੁੰਦੀ ਹੈ ਜਿਹਦੇ ਵਿੱਚ ਉਹਨਾਂ ਨੂੰ ਦੱਸਿਆ ਜਾਂਦਾ ਕਿ ਪਰਸਨਲ ਕਲਾਸ ਕਿਸ ਤਰ੍ਹਾਂ ਲੈਣੀ ਹੈ, ਸਿੰਗਲ ਸਟੂਡੈਂਟ ਨਾਲ ਤੁਸੀਂ ਇੰਟਰੈਕਟ ਕਿਸ ਤਰ੍ਹਾਂ ਕਰਨਾ, ਗਰੁੱਪ 'ਚ ਤੁਸੀਂ ਲੈਕਚਰ ਦੇ ਰਹੇ ਹੋ ਪਰ ਇੱਕ ਇੰਟਰੈਕਸ਼ਨ 'ਚ ਤੁਸੀਂ ਸਮਝਾ ਰਹੇ ਹੋ। 1 ਹਫ਼ਤੇ ਦੀ ਪ੍ਰੋਪਰ ਟ੍ਰੇਨਿੰਗ। ਇਲਾਇਦਾ ਇਸ ਤੋਂ ਬਾਅਦ ਜਦੋਂ ਵੀ ਕਿਸੇ ਬੱਚੇ ਦੀ ਨਿਊ ਐਡਮਿਸ਼ਨ ਹੁੰਦੀ ਹੈ, ਉਹਨਾਂ ਦੀ ਕਾਉਂਸਲਿੰਗ ਹੁੰਦੀ ਹੈ, ਉਹ ਕਾਉਂਸਲਿੰਗ ਦੀ ਰਿਪੋਰਟ ਬਣਦੀ ਹੈ। ਉਸ ਰਿਪੋਰਟ ਦੇ ਅਕੋਰਡਿੰਗ ਅਸੀਂ 3 ਦਿਨ ਦਾ ਪਰਸਨਲਾਈਜੇਸ਼ਨ ਸੈਕਸ਼ਨ ਹੁੰਦਾ ਹੈ ਜੋ ਹਰ ਟੀਚਰ ਨੂੰ ਦਿੱਤਾ ਜਾਂਦਾ ਹੈ ਕਿ ਉਸ ਟੀਚਰ ਨੂੰ ਉਸ ਸਟੂਡੈਂਟ ਦੇ ਅਕੋਰਡਿੰਗ ਪਰਸਨਲਾਈਜ਼ ਕੀਤਾ, ਜਿਹਦੇ ਨਾਲ ਕਿ ਸਾਡੇ ਟੀਚਰਸ ਹਾਈਲੀ ਐਫੀਸ਼ੀਐਂਟ ਹੋ ਜਾਂਦੇ ਆ। ਹੁਣ ਅਸੀਂ ਆਪ ਹੀ ਕੰਪੇਅਰ ਕਰੀਏ, ਜਿਹੜਾ ਇੱਕ ਟੀਚਰ ਇੰਨੇ ਸਟੇजेस ਨੂੰ ਹੋ ਕੇ ਆਇਆ ਹੈ, ਇੱਕ ਟੀਚਰ ਜਿਹਨੂੰ ਇਸ ਚੀਜ਼ ਦੇ ਬਾਰੇ ਕੁਝ ਵੀ ਨਹੀਂ ਨੌਲੇਜ, ਉਹ ਕਿਸ ਤਰ੍ਹਾਂ ਕੰਪੇਅਰ ਕਰ ਸਕਦੇ ਅਸੀਂ ਉਹਨਾਂ ਨੂੰ? ਉਹੀ ਕਿ ਜਦੋਂ ਅਸੀਂ ਇੱਕ ਆਰਗੇਨਾਈਜੇਸ਼ਨ ਦੇ ਥਰੂ ਜਾਂ ਦੇ ਹੈਵ ਕਮ ਅਪ ਵਿਦ ਅ ਵੰਡਰਫੁਲ ਆਈਡੀਆ, ਸੋ ਇਹਦੇ ਵਿੱਚ ਕੀ ਹੈ ਕਿ ਆਲਰੇਡੀ ਰਿਫਾਈਨਡ ਟੀਚਰਸ ਹੋਣਗੇ, ਪਹਿਲਾਂ ਹੀ ਉਹਨਾਂ ਦੀ ਪ੍ਰੋਪਰ ਇੰਟਰਵਿਊ ਹੋਈ ਹੋਏਗੀ, ਜਿਹੜੇ ਪੋਲਿਸ਼ਡ ਟੀਚਰਸ ਆ ਉਹੀ ਜਿਹੜੇ ਇਹਦੇ ਵਿੱਚ ਹੋਣਗੇ, ਪਲੱਸ ਦੇ ਹੈਵ ਸਪੈਸ਼ਲ ਸਿਲੇਬਸ ਮੈਨੇਜਰਸ ਪਲੱਸ ਰਿਲੇਸ਼ਨਸ਼ਿਪ ਮੈਨੇਜਰਸ ਕਿ ਜਿਨ੍ਹਾਂ ਨਾਲ ਤੁਸੀਂ 1-on-1 ਇੰਟਰੈਕਸ਼ਨ ਕਰਕੇ ਹਮੇਸ਼ਾ ਹੀ ਜਿਹੜਾ ਰਿਪੋਰਟ ਤੁਸੀਂ ਲੈ ਸਕਦੇ ਹੋ, ਪਲੱਸ ਤੁਸੀਂ ਦੇਖ ਸਕਦੇ ਹੋ ਕਿ ਹਾਂ ਕਿੰਨੀ ਕੁ ਪ੍ਰੋਗਰੈਸ ਹੋ ਰਹੀ ਆ ਜਾਂ ਵੇਅਰ ਵੀ ਨੀਡ ਟੂ ਮੇਕ ਚੇਂਜਸ। ਜਿਹੜੀ ਇੱਕ ਬੱਚੇ ਨਾਲ ਤੇ ਅਸੀਂ ਟਾਈਮ ਸਪੈਂਡ ਕਰ ਹੀ ਰਹੇ ਹਾਂ, ਪਲੱਸ ਉਹਨੂੰ ਸਾਰਾ ਦਿਨ ਮੈਨੇਜ ਕਰ ਰਹੇ ਹਾਂ, ਉਹਦੇ ਨਾਲ ਉਹਦੀਆਂ ਸਾਰੀਆਂ ਪ੍ਰੋਬਲਮਸ ਸੁਣ ਰਹੇ ਹਾਂ। ਸੋ ਇਹ ਜਿਹੜੀਆਂ ਪ੍ਰੋਬਲਮ ਥੋੜ੍ਹੀਆਂ ਘੱਟ ਜਾਣਗੀਆਂ ਕਿ ਸਾਨੂੰ ਜਿਹੜਾ ਇੱਕ ਟਿਊਟਰ ਨਾਲ ਮੈਨੇਜ ਕਰਨਾ ਹੁਣ ਆ ਰਿਹਾ ਜਾਂ ਨਹੀਂ ਆ ਰਿਹਾ ਜਾਂ ਕਦੋਂ ਆ ਰਿਹਾ, ਜਾਂ ਉਹ ਛੁੱਟੀ ਤੇ ਚਲ ਗਿਆ ਤੇ ਉਹਦੀ ਰਿਪਲੇਸਮੈਂਟ ਸਾਨੂੰ ਮਿਲ ਜੇਗੀ, ਪਲੱਸ ਇੱਕ ਪ੍ਰੋਪਰ ਰੂਟੀਨ ਬਣ ਜੇਗੀ ਕਿ ਬੱਚਾ ਜਿਹੜਾ ਘਰ ਰਿਹਾ ਹੋ ਸਕਦਾ ਕਿ ਉਹ 2 ਵਜੇ ਆਪਣਾ ਟਾਈਮ ਟੇਬਲ, ਕਿਉਂਕਿ ਅਸੀਂ ਟਾਈਮ ਟੇਬਲ ਤੇ ਬਹੁਤ ਬਣਾਉਂਦੇ ਹਾਂ, ਸਾਡੇ ਮੰਮਾ ਵੀ ਕਹਿੰਦੇ ਹੁੰਦੇ ਸੀ ਕਿ ਟਾਈਮ ਟੇਬਲ ਬਣਾਓ, ਸੋ ਟਾਈਮ ਟੇਬਲ ਤੇ ਬਣਾਵਾਂਗੇ, ਬਟ ਹੋ ਸਕਦਾ ਕਿ ਫੋਲੋ ਨਾ ਹੋਵੇ,
ਬਟ ਇਫ ਵੀ ਸਟਾਰਟ ਵਿਦ ਕਿ ਟੈਂਪਰੇਰੀਲੀ ਅਸੀਂ ਇੱਕ ਵਾਰੀ ਉਹਨੂੰ ਟ੍ਰਾਇਲ ਕਰਕੇ ਦੇਖੀਏ ਕਿ ਜੇ ਹੋਮ ਟਿਊਟਰ ਆਂਦਾ ਤੇ ਹੋ ਸਕਦਾ ਕਿ ਸਾਡਾ ਜਿਹੜਾ ਇੱਕ ਰੂਟੀਨ ਸੈਟਅਪ ਹੋਣਾ ਸ਼ੁਰੂ ਹੋ ਜੇ, ਇੱਕ ਤਰੀਕਾ ਜਿਹੜਾ ਸ਼ੁਰੂ ਹੋ ਜੇ। ਦੇਖੋ ਇਸ ਵਿੱਚ ਮੈਂ ਇੱਕ ਪੁਆਇੰਟ ਐਡ ਕਰਨਾ ਜ਼ਰੂਰ ਚਾਹੂੰਗਾ ਕਿ ਜਿਸ ਤੁਸੀਂ ਹੁਣੇ ਸਾਡੇ ਕਨਸੈਪਟ ਬਾਰੇ ਦੱਸੀ, ਮੈਂ ਐਕਚੁਅਲੀ ਇਸ ਤੇ ਡਿਸਕਸ ਕਰਨਾ ਹੀ ਚਾਹੁੰਦਾ ਜੀ ਕਿ ਸਾਡੇ ਟੀਚਰ ਅਕੇਲੇ ਨਹੀਂ ਪੜ੍ਹਾ ਰਹੇ। ਹਾਂ ਓਕੇ। ਅਸੀਂ ਹਰ ਟੀਚਰ ਉੱਪਰ ਦੋ ਐਗਜ਼ੀਕਿਊਟਿਵ ਜਿਹਨੂੰ ਅਸੀਂ ਇੱਕ ਸਾਈਕੋਲੋਜਿਸਟ ਪ੍ਰੋਫੈਸ਼ਨਲ ਸਾਈਕੋਲੋਜਿਸਟ ਔਰ ਇੱਕ ਸਿਲੇਬਸ ਮੈਨੇਜਰ ਜੋ ਹਾਈਲੀ ਐਕਸਪੀਰੀਅੰਸ ਟੀਚਰ ਹੈਗਾ, ਇਹ ਹੁੰਦੇ ਨੇ। ਇਹਨਾਂ ਦਾ ਬੇਸਿਕ ਵਰਕ ਇਹ ਹੈ ਕਿ ਟੀਚਰ ਸਾਈਕੋਲੋਜਿਸਟ ਕੀ ਦੱਸਦਾ ਟੀਚਰ ਨੂੰ ਕਿਸ ਤਰੀਕੇ ਨਾਲ ਪੜ੍ਹਾਉਣਾ, ਵਟ ਇਜ਼ ਦ ਵੇ ਆਫ ਟੀਚਿੰਗ, ਐਂਡ ਸਿਲੇਬਸ ਮੈਨੇਜਰ ਬਣਾਉਂਦਾ ਕਿ ਵਟ ਟੂ ਟੀਚ, ਕੀ ਪੜ੍ਹਾਉਣਾ। ਬੱਚੇ ਦੀ ਜੋ ਸਪੀਡ ਹੈਗੀ ਇੱਕ ਐਕਸਪੀਰੀਅੰਸ ਟੀਚਰ ਬਹੁਤ ਈਜ਼ੀਲੀ ਜਜ ਕਰ ਸਕਦਾ ਹੈ। ਉਹ ਸਿਲੇਬਸ ਮੈਨੇਜਰ ਉਹਨਾਂ ਦੀ ਸਪੀਡ ਦੇ ਅਕੋਰਡਿੰਗ ਪੂਰੇ ਸਾਲ ਦਾ ਸਿਲੇਬਸ ਮੈਨੇਜ ਕਰੇਗਾ ਤੇ ਉਨਾ ਹੀ ਸੈਕਸ਼ਨ ਦੇਗਾ ਕਿ ਟੀਚਰ ਨੂੰ ਬਸ ਇੰਨਾ ਹੀ ਸੈਕਸ਼ਨ ਪੜ੍ਹਾਉਣਾ ਹੈ। ਤੇ ਉਹ ਸੈਕਸ਼ਨ ਨੂੰ ਕਿਸ ਤਰ੍ਹਾਂ ਪੜ੍ਹਾਉਣਾ ਹੈ ਇੱਕ ਸਾਈਕੋਲੋਜਿਸਟ ਦੱਸੇਗਾ, ਜਿਹਦੇ ਕਰਕੇ ਕਿ ਟੀਚਰ ਤੋਂ ਕੋਈ ਬਰਡਨ ਨਹੀਂ ਰਹਿੰਦਾ, ਕੋਈ ਕਨਫਿਊਜ਼ਨ ਨਹੀਂ ਰਹਿੰਦੀ, ਕੋਈ ਇਸ ਤਰ੍ਹਾਂ ਨਹੀਂ ਰਹਿੰਦਾ ਕਿ ਹੁਣ ਟੀਚਰ ਕੀ ਪੜ੍ਹਾਵੇ, ਕਿਸ ਤਰ੍ਹਾਂ ਪੜ੍ਹਾਵੇ। ਇਸੇ ਚੀਜ਼ ਨੂੰ ਇਸ ਤਰੀਕੇ ਨਾਲ ਮੈਨੇਜ ਕੀਤਾ ਕਿ ਸਾਡੇ ਟੀਚਰ ਦੀ ਐਫੀਸ਼ੀਐਂਸੀ ਹਾਈਐਸਟ ਹੋ ਜਾਏ। ਕਾਉਂਸਲਿੰਗ ਹੈਜ਼ ਬੀਨ ਆਲਵੇਜ਼ ਵੈਰੀ ਇੰਪੋਰਟੈਂਟ। ਅੱਜ ਵੀ ਅਸੀਂ ਜੇ ਇੱਕ ਕਰੀਅਰ ਕਾਉਂਸਲਰ ਦੀ ਵੀ ਗੱਲ ਕਰ ਲਈਏ ਜਾਂ ਕਿਸੇ ਟਾਈਪ ਦੇ ਕਾਉਂਸਲਰ ਦੀ ਗੱਲ ਕਰ ਲਈਏ, ਅਸੀਂ ਉਹਨੂੰ ਬੜਾ ਅਵੋਇਡ ਕਰਦੇ ਹਾਂ। ਸੋ ਸਾਡੇ ਪੇਰੈਂਟਸ ਨੇ ਵੀ ਕੋਈ ਸਪੈਸ਼ਲ ਕਾਉਂਸਲਿੰਗ ਨਹੀਂ ਲਈ ਸਾਡੇ ਲਈ, ਬਟ ਉਹੀ ਕਿ ਤਾਂ ਹੀ ਤੇ ਅਸੀਂ 12th ਤੱਕ ਕਨਫਿਊਜ਼ ਰਹਿੰਦੇ ਕਿ ਅਸੀਂ ਕਰਨਾ ਕੀ ਆ। ਹੁਣੇ ਮੈਂ ਨਵਤੇਸ਼ ਨਾਲ ਗੱਲ ਕਰ ਰਹੀ ਸੀ ਕਿ ਜਿਨ੍ਹਾਂ ਨੇ PhD ਵੀ ਕਰ ਲਈ ਉਹ ਵੀ ਨਹੀਂ ਕਲੀਅਰ ਕਿ ਅੱਗੋਂ ਅਸੀਂ ਕੀ ਕਰਨਾ। ਦਿਸ ਇਜ਼ ਸਮਥਿੰਗ ਵਿਚ ਇਜ਼ ਵੈਰੀ ਇੰਪੋਰਟੈਂਟ। ਸਾਡੇ ਜਿਹੜੇ ਏਰੀਆਜ਼ ਹੈਗੇ ਆ, ਜੇ ਆਪਾਂ ਅੰਮ੍ਰਿਤਸਰ ਦੀ ਗੱਲ ਕਰ ਲਈਏ ਜਾਂ ਸੈਮੀ ਅਰਬਨ ਏਰੀਆਜ਼ ਦੀ ਗੱਲ ਕਰ ਲਈਏ, ਕਿ ਅਸੀਂ ਇਸ ਚੀਜ਼ ਨੂੰ ਇੰਪੋਰਟੈਂਸ ਨਹੀਂ ਦਿੰਦੇ ਕਿ ਸਾਨੂੰ ਇੱਕ ਜਿਹੜਾ ਉਹ ਪ੍ਰੋਫੈਸ਼ਨਲ ਦੀ ਜ਼ਰੂਰਤ ਹੈ ਤਾਂ ਕਿ ਅਸੀਂ ਰਾਈਟ ਡਾਇਰੈਕਸ਼ਨ ਵੱਲ ਜਾਈਏ। ਗੁੱਡ ਕਿ ਐਸੇ ਕਨਸੈਪਟ ਅਸੀਂ ਜਿਹੜੇ ਆਪਣੀ ਸਿਟੀ ਦੇ ਵਿੱਚ ਵੀ ਲੈ ਕੇ ਆ ਰਹੇ ਹਾਂ। ਆਲਰੇਡੀ ਜਿਹੜਾ ਸਾਇੰਸ ਜੈਨਿਕ ਦਾ ਸਟੂਡੈਂਟ ਆ ਤੇ ਨਾਰਮਲ ਸਟੂਡੈਂਟ ਆ, ਉਹਦੇ 'ਚ ਕੀ ਡਿਫਰੈਂਸ ਤੁਸੀਂ ਦੇਖਿਆ? ਅਸੀਂ ਬਹੁਤ ਡਿਫਰੈਂਸ ਦੇਖਿਆ ਕਿਉਂਕਿ ਸਿੰਸ ਕੋਵਿਡ ਕਰਕੇ ਬੱਚਿਆਂ ਦਾ ਕੌਨਫੀਡੈਂਸ ਲੈਵਲ, ਕਨਸੈਂਟਰੇਸ਼ਨ ਲੈਵਲ ਬਹੁਤ ਜ਼ਿਆਦਾ ਘਟੇ ਹੋਏ ਸੀ। ਜਦੋਂ ਅਸੀਂ ਆਪਣੇ ਸਾਰੀ ਟੀਮ ਨੂੰ, ਅਸੀਂ ਇੱਕ ਸਟੂਡੈਂਟ ਉੱਤੇ 3 ਜਣਿਆਂ ਦੀ ਟੀਮ ਨੂੰ ਐਕਟੀਵੇਟ ਕੀਤਾ ਵਿਦ ਪੀਰੀਓਡਿਕਲ ਟਾਈਮ, ਉਹ ਬੱਚਿਆਂ ਤੇ ਅਪਰੋਕਸ 70% ਦੇਖੋ ਕਿ ਉਹਨਾਂ ਦੇ ਸਕੋਰਸ ਇਨਕਰੀਜ਼ ਹੋ ਗਏ, ਪਲੱਸ ਉਹਨਾਂ 'ਚ ਕੌਨਫੀਡੈਂਸ ਆਉਣਾ ਵਾਪਸ ਸ਼ੁਰੂ ਹੋ ਗਿਆ, ਉਹਨਾਂ ਦੇ ਕੈਲਕੂਲੇਟਿੰਗ ਪਾਵਰਸ ਜ਼ਿਆਦਾ ਹੋ ਗਈਆਂ, ਲੈਂਗੁਏਜਸ ਵਾਪਸ ਨਾਰਮਲ ਆ ਗਈਆਂ, ਉਹਨਾਂ ਦੇ ਜਿਹੜੇ ਔਟਿਜ਼ਮ ਦੇ ਸਾਈਨਸ ਸੀ ਉਹ ਸਾਰੇ ਰਿਡਿਊਸ ਹੋ ਗਏ। ਓਨਲੀ ਬਿਕੋਜ਼ ਕਿ ਸਾਡੇ ਸਾਈਕੋਲੋਜਿਸਟ ਰੈਗੂਲਰ ਪੇਰੈਂਟਸ ਨੂੰ ਵੀ ਡਾਇਰੈਕਸ਼ਨ ਕਰ ਦਿੰਦੇ ਆ ਕਿ ਤੁਸੀਂ ਪੂਰੇ ਦਿਨ 'ਚ ਬੱਚੇ ਨਾਲ ਕਿਸ ਤਰ੍ਹਾਂ ਇੰਟਰੈਕਟ ਕਰੋ, ਉਹ ਵੀ ਇਹਨਾਂ ਨੂੰ ਡਾਇਰੈਕਸ਼ਨ ਮਿਲਣੀ ਹੈ। ਪਲੱਸ ਅਸੀਂ ਟੀਚਰ ਨੂੰ ਦੱਸਣਾ ਤੁਸੀਂ ਕਿਸ ਤਰ੍ਹਾਂ ਪੜ੍ਹਾਓ, ਪਲੱਸ ਅਸੀਂ ਐਸਾ ਦੇ ਇੰਟਰੈਕਟਿਵ ਸੈਸ਼ਨਸ ਰੱਖਿਆ ਕਿ ਬੱਚਾ ਪੂਰੇ ਘਰ ਨਾਲ ਇੰਟਰੈਕਟ ਕਰਦਾ ਹੈ। ਜੈਸਾ ਮੈਂ ਆਪਾਂ ਦੱਸਿਆ ਡਿਬੇਟ ਕੰਪੀਟੀਸ਼ਨ 'ਚ ਸਾਰਾ ਫੈਮਿਲੀ ਬੈਠੀ ਹੋਏਗੀ, ਬੱਚੇ ਦੀ ਪੂਰੀ ਫੈਮਿਲੀ ਨਾਲ ਇੰਟਰੈਕਸ਼ਨ ਹੋਣੀ ਹੈ, ਆਪਣੇ ਆਪ ਡਿਵੈਲਪਮੈਂਟ ਹੋਏਗੀ ਤੇ ਸਾਡੀ ਕਾਫੀ ਇੰਪਰੂਵਮੈਂਟ ਦੇਖੀ। ਬਾਕੀ ਬੱਚਿਆਂ ਨਾਲੋਂ ਅਸੀਂ ਅਰਾਊਂਡ ਕਿਉਂਕਿ 90% ਬੱਚੇ ਸਾਡੇ ਜ਼ਿਆਦਾ ਸਕੋਰ ਕਰ ਰਹੇ ਆ ਨਾਰਮਲ ਕਿਸੇ ਸਟੂਡੈਂਟ ਨਾਲ। ਅਸੀਂ ਹੁਣ ਆਉਂਦੇ ਆ ਪੂਰੇ ਇੰਟਰਵਿਊ ਦੇ ਲਾਸਟ ਸੈਕਸ਼ਨ ਤੇ ਕਿ ਜਿਹੜਾ ਮੋਸਟ ਇੰਪੋਰਟੈਂਟ ਮੈਨੂੰ ਲੱਗਦਾ ਪਤਾ ਤੇ ਲੱਗ ਹੀ ਗਿਆ ਕਿ ਜੇ ਅਸੀਂ ਸਰਵਿਸਿਜ਼ ਦੀ ਗੱਲ ਕਰੀਏ ਕਿ ਯੂ ਆਰ ਪ੍ਰੋਵਾਈਡਿੰਗ ਟੀਚਰਸ ਐਟ ਹੋਮ। ਸੋ ਹੋਰ ਥੋੜੀ ਕਲੈਰਿਟੀ ਨਾਲ ਅਸੀਂ ਜਾਣਨਾ ਹੋਵੇ ਕਿ what are the exact services of science genic ਕਿ ਜਿਹੜੇ ਪੇਰੈਂਟਸ ਫਾਇਦਾ ਲੈ ਸਕਦੇ ਜਿਸ ਦਾ। ਐਕਚੁਅਲੀ ਅਸੀਂ ਹੁਣ ਇੱਥੇ ਗੱਲ ਕੀਤੀ ਕਿ ਹੋਮ ਟਿਊਟਰਿੰਗ ਦੀ, ਮੈਂ ਤਾਂ ਅਸੀਂ ਸਾਰਾ ਐਕਸਪਲੇਨ ਕਰ ਲਿਆ ਕਿ ਕਿਸ ਤਰ੍ਹਾਂ ਇੱਕ ਟੀਚਰ ਤੇ ਇੱਕ ਸਟੂਡੈਂਟ ਦੇ ਵਿੱਚ ਇੰਟਰੈਕਸ਼ਨ ਹੋਏਗੀ, ਬਟ ਇਹਦੇ ਨਾਲ ਬਹੁਤ ਜ਼ਿਆਦਾ ਹੋਰ ਸਰਵਿਸਿਜ਼ ਮੈਂਡੇਟਰੀ ਹੁੰਦੀ ਹੈ। ਜੈਸਾ ਤੁਸੀਂ ਕਾਉਂਸਲਿੰਗ ਦੀ ਗੱਲ ਕਰ ਰਹੇ ਸੀ, ਅਸੀਂ ਹਰ ਸਟੂਡੈਂਟ ਦੀ ਇੱਕ ਮੰਥ 'ਚ ਇੱਕ ਸਾਈਕੋਲੋਜੀਕਲ ਪ੍ਰੋਫੈਸ਼ਨਲ ਸਾਈਕੋਲੋਜੀ ਕਾਉਂਸਲਿੰਗ ਅਰੇਂਜ ਕੀਤੀ ਹੈ, ਪਲੱਸ ਇੱਕ ਮੈਡੀਟੇਸ਼ਨ ਕਲਾਸ। ਪੇਰੈਂਟਸ ਇਸ ਨੂੰ ਲੈ ਕੇ ਕਾਫੀ ਕਰਦੇ ਕਿ ਮੈਡੀਟੇਸ਼ਨ ਜ਼ਰੂਰੀ ਹੈ ਜਾਂ ਨਹੀਂ, ਕਨਫਿਊਜ਼ ਰਹਿੰਦੇ ਆ। ਅਸੀਂ ਅਬਜ਼ਰਵ ਕੀਤਾ ਕਿ ਜਿਹੜੇ ਬੱਚੇ ਮੈਡੀਟੇਸ਼ਨ ਕਰਦੇ ਆ ਉਹਨਾਂ ਦੀ ਕਨਸੈਂਟਰੇਸ਼ਨ ਲੈਵਲਸ ਬਾਕੀਆਂ ਨਾਲੋਂ 3 ਗੁਣਾ ਜ਼ਿਆਦਾ ਨੇ। ਤੇ ਜਦੋਂ ਕਨਸੈਂਟਰੇਸ਼ਨ ਜ਼ਿਆਦਾ ਆਪਣੇ ਆਪ ਐਜੂਕੇਸ਼ਨ ਲੈਵਲ ਗਰੋਥ ਹੁੰਦਾ ਹੈ। ਇਸ ਕਰਕੇ ਅਸੀਂ ਮੈਂਡੇਟਰੀ ਕੀਤਾ ਕਿ ਹਰ ਸਟੂਡੈਂਟ ਮਹੀਨੇ 'ਚ ਇੱਕ ਵਾਰੀ ਮੈਡੀਟੇਸ਼ਨ ਜ਼ਰੂਰ ਉਹਨਾਂ ਦੀ ਕਲਾਸ ਲੱਗੇਗੀ, ਜਿਹੜਾ ਅਲੱਗ ਬਾਕੀ ਕਲਾਸਿਸ ਦੇ ਨਾਲੋਂ ਅਲੱਗ 45 ਮਿੰਟਸ ਦਾ ਸੈਸ਼ਨ ਅਲੱਗ ਦਿੱਤਾ ਜਾਏਗਾ। ਹੁਣ ਇਸ ਤੋਂ ਜ਼ਿਆਦਾ ਬੱਚੇ ਪੜ੍ਹਨਾ ਬਹੁਤ ਪਸੰਦ ਕਰਦੇ, ਜਿਸ ਤਰ੍ਹਾਂ ਕਈ ਰੀਡਿੰਗ 'ਚ ਬਹੁਤ ਐਕਸਪਰਟ ਹੁੰਦੇ ਆ, ਅਸੀਂ ਚਾਹੁੰਦੇ ਕਿ ਮੈਂ ਹੋਰ ਰੀਡ ਕਰਾਂ। ਅਸੀਂ ਉਸ ਜਗ੍ਹਾ ਕਿ ਇੱਕ ਅਨਲਿਮਿਟਿਡ ਲਾਇਬ੍ਰੇਰੀ ਆਪਸ਼ਨ ਕੀਤੀ ਹੈ। ਉਹ ਮਹੀਨੇ 'ਚ ਕਿੰਨੀ ਵਾਰ ਵੀ ਕੋਈ ਵੀ ਬੁੱਕ ਸਾਡੇ ਕੋਲ ਇਸ਼ੂ ਕਰਵਾ ਸਕਦੇ ਆ, ਜਿਹਦਾ ਅਪ ਟੂ 1 ਮੰਥ ਕੋਈ ਰੈਂਟ ਨਹੀਂ, ਕੋਈ ਚਾਰਜ ਨਹੀਂ, ਕੁਝ ਉਹਨਾਂ ਨੂੰ ਨਹੀਂ ਪੈਂਦਾ। ਤੇ ਚਾਹੇ ਉਹ 15 ਬੁੱਕਸ ਆਪਣੇ ਮਹੀਨੇ 'ਚ ਇਸ਼ੂ ਕਰਾ ਲੈਣ, ਚਾਹੇ 20 ਬੁੱਕ ਕਰਾ ਲੈਣ, ਅਨਲਿਮਿਟਿਡ ਹੈਗੇ ਆ। ਤੇ ਇਹਦਾ ਇਹ ਨਹੀਂ ਕਿ ਕੋਈ ਹੋ ਸਕਦਾ ਕਿ ਸਾਡੇ ਕੋਲ ਬੁੱਕ ਨਾ ਵੀ ਹੋਵੇ, ਉਹ ਸਾਨੂੰ ਆਰਡਰ ਕਰਨ, ਵਿਦਿਨ 3 ਡੇਜ਼ ਅਸੀਂ ਆਰਡਰ ਕਰਕੇ ਉਹਦਾ ਸਪੈਸ਼ਲ ਬੁੱਕ ਉਸੇ ਬੱਚੇ ਵਾਸਤੇ ਆਰਡਰ ਕਰਕੇ ਤੁਹਾਨੂੰ ਭੇਜਾਂਗੇ। ਇਹ ਸਾਡਾ ਪ੍ਰੋਮਿਸ ਹੈ। ਇਹ ਵੀ ਨਵਤੇਸ਼ ਨੇ ਮੈਨੂੰ ਬੜੀ ਵਧੀਆ ਲੱਗੀ ਗੱਲ ਕਿ ਜੇ ਸਾਡੇ ਕੋਲ ਬੁੱਕ ਨਹੀਂ ਵੀ ਅਵੇਲੇਬਲ ਫਿਰ ਵੀ ਅਸੀਂ ਉਹਨੂੰ ਅਵੇਲੇਬਲ ਕਰਾਵਾਂਗੇ ਐਂਡ ਯੂ ਕੈਨ ਰੀਡ ਇਟ ਫॉर ਫ੍ਰੀ। ਤੇ ਇਹੀ ਚੀਜ਼ਾਂ ਅਸੀਂ ਐਕਨੋਲੇਜ ਨਹੀਂ ਕਰਦੇ ਜਦੋਂ ਅਸੀਂ ਕਾਲਜ ਪੜ੍ਹਦੇ ਹਾਂ ਜਾਂ ਯੂਨੀਵਰਸਿਟੀ ਪੜ੍ਹਦੇ ਹਾਂ, ਤੇ ਅਸੀਂ ਸੋਚਦੇ ਹਾਂ ਕਿ ਅਸੀਂ ਇਹ
ਫੀਸ ਦਿੱਤੀ ਆ ਐਂਡ ਫਿਰ ਵੀ ਕਾਲਜ ਹੀ ਸਾਡੀ ਪਲੇਸਮੈਂਟ ਕਰੇ। ਤੇ ਮੈਂ ਕਹਿੰਦੀ ਹੁੰਦੀ ਆ ਕਿ ਇੰਨਾ ਲੱਖਾਂ ਕਰੋੜਾਂ ਦਾ ਕੈਂਪਸ ਯੂਜ਼ ਕਰਨ ਤੋਂ ਬਾਅਦ ਤੇ ਇੰਨੀਆਂ ਹਜ਼ਾਰਾਂ ਬੁੱਕਸ ਪੜਨ, ਮਤਲਬ ਕਿ ਜਿਹੜੇ ਤੁਹਾਨੂੰ ਪੜਨ ਦੀ ਆਪਸ਼ਨ ਦਿੱਤੀ, ਉਸ ਤੋਂ ਬਾਅਦ ਵੀ ਜੇ ਅਸੀਂ ਜੌਬ ਲਈ ਯੂਨੀਵਰਸਿਟੀ ਨੂੰ ਕਹਿਣਾ ਤਾਂ ਫਿਰ ਉਹਦਾ ਕੀ ਫਾਇਦਾ ਹੈ। ਇਹੀ ਕਿ ਸਾਨੂੰ ਹੋ ਸਕਦਾ ਕਿ ਜੋ ਵੀ ਤੁਹਾਡੀ ਫੀਸ ਹੋਏਗੀ ਜਾਂ ਕੁਝ ਵੀ ਆ, ਕਿਸੇ ਨੂੰ ਲੱਗੇਗਾ ਅੱਛਾ ਜ਼ਿਆਦਾ ਵਾ, ਕਿਸੇ ਨੂੰ ਲੱਗੇਗਾ ਘੱਟ ਹੈ, ਬਟ ਅਨਲਿਮਿਟਿਡ ਬੁੱਕਸ ਦਾ ਤੁਸੀਂ ਇੱਕ ਪੂਲ ਉਹਨਾਂ ਨੂੰ ਘਰੇ ਲਿਆ ਕੇ ਦੇ ਰਹੇ ਹੋ, ਫਿਰ ਵੀ ਉਹ ਨਾ ਪੜਨ ਤੇ ਦੈਟ ਇਜ਼ ਸੈਡ। ਕਹੂੰਗਾ ਕਿ ਅਸੀਂ ਤੁਸੀਂ ਫੀਸ ਦੀ ਵੀ ਗੱਲ ਕਰ ਰਹੇ ਹੋ, ਇਹ ਸਾਰੀ ਸਰਵਿਸਿਜ਼ ਤਾਂ ਜ਼ਰੂਰ ਹੈ, ਪੇਰੈਂਟਸ ਦਾ ਵੀ ਨਾਲ ਯੋਗਦਾਨ ਜ਼ਰੂਰ ਚਾਹੀਦਾ ਕਿ ਬੱਚਿਆਂ ਨੂੰ ਮੋਟੀਵੇਟ ਕਰਨ, ਹੋਰ ਪੜਨ, ਨਵੀਂ ਬੁੱਕਸ ਪੜਾਉਣ, ਨਵੀਂ ਲਿਟਰੇਚਰ ਪੜਾਉਣ, ਨਵੀਂ ਨੌਲੇਜ ਆਏਗੀ। ਤਾਂ ਮੇਨ ਹੈ ਤੇ ਮੈਂ ਫੀਸ ਦੀ ਗੱਲ ਕਰ ਰਿਹਾ, ਕਿ ਮੈਂ ਫੀਸ ਦਾ ਰਿਐਲਿਟੀ 'ਚ ਕੰਪੈਰੀਜ਼ਨ ਕਰਾਂ ਤੇ ਕੋਈ ਐਕਸਪੈਂਸਿਵ ਨਹੀਂ, ਬਿਲਕੁਲ ਐਕਸਪੈਂਸਿਵ ਨਹੀਂ। ਅਸੀਂ ਕਾਸਟ ਬਹੁਤ ਹੀ ਐਫੀਸ਼ੀਐਂਟ ਰੱਖਿਆ। ਅਗਰ ਮੈਂ 10th ਕਲਾਸ ਦੇ ਇੱਕ ਬੱਚੇ ਦੀ ਗੱਲ ਕਰਾਂ, ਅਗਰ ਕਿਸੇ ਨੇ ਇੱਕ ਅੱਛੇ ਟਿਊਟਰ ਤੋਂ ਇੱਕ ਸਬਜੈਕਟ ਵੀ ਪੜ੍ਹਨਾ ਹੈ, ਉਹਨਾਂ ਅਪਰੋਕਸ 2000 ਰੁਪਏ ਉਹਨਾਂ ਦੇਣੇ ਪੈਣੇ। ਤਾਂ ਹੁਣ ਅਸੀਂ ਕੀ ਕਰਦੇ ਹਾਂ, ਅਸੀਂ ਉਹਨਾਂ ਦਾ ਸਬਜੈਕਟ ਕਿਹੜੀ ਕਵਰ ਕਰਦੇ ਹਾਂ, ਮੈਥਸ, ਸਾਇੰਸ, ਸੋਸ਼ਲ, ਇੰਗਲਿਸ਼ ਪਲੱਸ ਇੱਕ ਲੈਂਗੁਏਜ, ਅਰਾਊਂਡ 5 ਸਬਜੈਕਟ ਕਵਰ ਕਰਦੇ ਹਾਂ। ਬਟ ਵੀ ਚਾਰਜ ਇਜ਼ ਓਨਲੀ ਅਰਾਊਂਡ 8000। ਅਗਰ ਰਿਐਲਿਟੀ 'ਚ ਗੱਲ ਕਰੋ, ਅਗਰ ਇੱਕ ਸਬਜੈਕਟ ਦਾ 2000 ਹੈ, ਕਿਸੇ ਗਰੁੱਪ 'ਚ ਜਿੱਥੇ 40 ਬੱਚੇ ਪੜ੍ਹ ਰਹੇ ਹੈ, ਉਸ ਜਗ੍ਹਾ ਪੜ੍ਹਨ ਇੱਕ ਜਾਂ ਫਿਰ ਪਰਸਨਲ ਟਿਊਟਰ ਉਹਨਾਂ ਦੇ ਘਰ ਪਹੁੰਚ ਰਿਹਾ ਹੈ, ਤੇ ਸਾਡੀ ਕਾਸਟ 5 ਸਬਜੈਕਟ ਨਾਲ 10000 ਜੋ ਹੁੰਦੀ ਹੈ, ਉਹ ਸਿਰਫ 8000 ਹੈ। ਬਾਕੀਆਂ ਨਾਲੋਂ ਕਾਸਟ ਸਾਡੀ ਬਿਲਕੁਲ ਘੱਟ ਹੈਗੀ ਹੈ। ਉਹ ਇਸੇ ਕਰਕੇ ਕਿ ਅਸੀਂ ਚਾਹੁੰਦੇ ਕਿ ਸਾਡੀ ਕੁਆਲਿਟੀ ਜ਼ਿਆਦਾ ਹੋਵੇ, ਮਾਰਜਿਨ ਘੱਟ। ਕੁਆਲਿਟੀ ਦੇ ਖੁਦ ਹੀ ਐਰੋਨੌਟਿਕਲ ਇੰਜੀਨੀਅਰ ਹੈ, ਤੋਂ ਹੀ ਅੰਦਾਜ਼ਾ ਲਗਾ ਸਕਦੇ ਕਿ ਕੁਆਲਿਟੀ ਇਹਨਾਂ ਨੇ ਕਿਹਾ ਕਿ ਮੈਂ ਇਨਸ਼ੋਰ ਕਰਨੀ ਹੈ। ਹੀ ਇਜ਼ ਕਲੀਅਰ ਕਿ ਲਿਮਿਟਿਡ ਬੱਚੇ ਹੀ, ਉਹ ਖੁਦ ਵੀ ਲਿਮਿਟਿਡ ਬੈਚਿਸ ਹੀ ਰੱਖਣਾ ਚਾਹੁੰਦੇ ਤੇ ਲਿਮਿਟਿਡ ਫੈਮਲੀਜ਼ ਹੀ ਇਹਨੂੰ ਆਪਟ ਕਰਨਗੀਆਂ, ਬਟ ਸਟਿਲ ਹੀ ਇਜ਼ ਵੈਰੀ ਕੌਨਫੀਡੈਂਟ ਅਬਾਊਟ ਦੀ ਕੁਆਲਿਟੀ ਦੇ ਆਰ ਗੋਇੰਗ ਟੂ ਇਨਸ਼ੋਰ। ਜੇ ਤੁਸੀਂ ਹੋਮ ਟਿਊਟਰ ਸਰਵਿਸਿਜ਼ ਲੈ ਰਹੇ ਹੋ ਤੇ ਉਹਦੇ ਵਿੱਚ ਜਿਹੜਾ ਪੂਰਾ ਜਿਹੜਾ ਧਿਆਨ ਰੱਖਿਆ ਜਾਏਗਾ। ਹੁਣ ਸਾਨੂੰ ਇਹ ਸੋਚਣ ਦੀ ਲੋੜ ਨਹੀਂ ਹੈ ਕਿ ਸਾਨੂੰ ਮੈਥਸ ਦਾ ਕੋਈ ਟੀਚਰ ਤੁਹਾਨੂੰ ਪਤਾ ਹੈ ਜਾਂ ਸਾਇੰਸ ਦਾ ਕੋਈ ਟੀਚਰ ਪਤਾ ਹੈ, ਸੋ ਡਾਊਟ ਕਰਨ ਦੀ ਜ਼ਰੂਰਤ ਨਹੀਂ ਹੈ। ਤੁਸੀਂ ਸਿੱਧਾ ਯੂ ਕੈਨ ਟਾਕ ਟੂ ਨਵਤੇਸ਼ ਐਂਡ ਯੂ ਕੈਨ ਬੁੱਕ ਅ ਕਾਉਂਸਲਿੰਗ ਸੈਸ਼ਨ ਔਰ ਇੰਟਰੈਕਸ਼ਨ ਸੈਸ਼ਨ ਤੇ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ। ਜੇ ਆਪਾਂ ਰਿਪੋਰਟਸ ਦੀ ਗੱਲ ਕਰੀਏ ਜਾਂ ਰਿਜ਼ਲਟਸ ਦੀ ਗੱਲ ਕਰੀਏ, ਹਾਊ ਯੂ ਇਨਸ਼ੋਰ ਕਿ ਇਹ ਰਿਜ਼ਲਟ ਓਰੀਐਂਟਡ ਆ? ਐਕਚੁਅਲੀ ਅਸੀਂ ਕੀ ਕੀਤਾ ਹੈ ਕਿ ਅਸੀਂ ਹਰ ਟੀਚਰ ਕੋ ਡੇਲੀ ਲੌਗ ਲਈਦਾ ਕਿ ਬੱਚੇ ਨੇ ਅੱਜ ਕਿੰਨਾ ਪੜ੍ਹਿਆ, ਕਿਸ ਤਰ੍ਹਾਂ ਪੜ੍ਹਿਆ, ਔਰ ਉਹਦਾ ਰਿਸਪੌਂਸ ਕੀ ਸੀ। ਉਸ ਤੋਂ ਬਾਅਦ ਇੱਕ ਵੀਕਲੀ ਸਾਡੇ ਕੋਲ ਇੱਕ ਟੈਸਟ ਹੁੰਦਾ, ਹਰ ਸੈਟਰਡੇ ਇੱਕ ਟੈਸਟ ਹੋਏਗਾ, ਜਿਹਦੇ ਵਿੱਚ ਜਿੰਨਾ ਸਿਲੇਬਸ ਕੰਪਲੀਟਡ ਹੈ ਇਨ ਵੀਕ 'ਚ, ਉਹ ਅਸੀਂ ਉਹਦਾ ਟੈਸਟ ਲੈਂਦੇ ਹਾਂ। ਇਸ ਤੋਂ ਬਾਅਦ ਕੀ ਹੁੰਦਾ ਕਿ ਇੱਕ ਵੀਕਲੀ ਰਿਪੋਰਟ ਬਣਦੀ ਹੈ ਕਿ ਵੀਕ 'ਚ ਇੰਨਾ ਪੋਰਸ਼ਨ ਉਹਦਾ ਸਿਲੇਬਸ ਕੰਪਲੀਟ ਹੋਇਆ ਸੀ ਤੇ ਬੱਚੇ ਦਾ ਇਹ ਟੈਸਟ ਰਿਸਪੌਂਸ ਆਇਆ, ਤਾਂ ਅਸੀਂ ਬੱਚੇ ਨੂੰ ਇਹ ਸੁਜੈਸਟ ਕਰਦੇ ਹਾਂ ਫॉर द ਫਰਦਰ ਮੂਵਮੈਂਟ। ਇਹ ਤਾਂ ਹੋ ਗਈ ਸਾਡੀ ਵੀਕਲੀ ਰਿਪੋਰਟ। ਸਾਡੀ ਵੀਕਲੀ ਰਿਪੋਰਟ ਤੋਂ ਬਾਅਦ ਆਉਂਦੀ ਮੰਥਲੀ ਰਿਪੋਰਟ। ਅਸੀਂ ਕਾਫੀ ਪੇਰੈਂਟਸ ਨਾ ਓਲੰਪੀਆਡ ਨਾਲ ਪਾਰਟਿਸਿਪੇਟ ਕਰਦੇ ਕਿ ਸਾਡੇ ਬੱਚੇ ਦਾ ਓਲੰਪੀਆਡ ਟੈਸਟ ਹੋਵੇ, ਸਾਨੂੰ ਪਤਾ ਚੱਲੇ ਕਿ ਬੱਚੇ ਦਾ ਕੀ ਰਿਜ਼ਲਟ ਹੈ। ਅਸੀਂ ਕਰਦੇ ਪੂਰੇ ਮਹੀਨੇ ਵਿੱਚ ਬੱਚੇ ਦੀ ਛੋਟੀ ਐਕਟੀਵਿਟੀ ਨੂੰ ਅਬਜ਼ਰਵ ਕਰਦੇ ਹਾਂ, ਉਹਦੇ ਉੱਪਰ ਸਾਡੇ ਸਾਈਕੋਲੋਜਿਸਟ ਬੈਠਦੇ ਆ, ਇੱਕ ਸਪੈਸ਼ਲ ਰਿਪੋਰਟ ਰੈਡੀ ਕਰਦੇ ਆ ਇਸ ਬੱਚੇ ਦੀ ਇੰਗਲਿਸ਼ 'ਚ ਕਿੰਨਾ ਹੋਲਡ ਹੈ, ਮੈਥਮੈਟਿਕਸ 'ਚ ਕਿੰਨਾ ਹੋਲਡ ਹੈ, ਸੋਸ਼ਲ 'ਚ ਕਿੰਨਾ ਹੋਲਡ ਹੈ, ਇੰਗਲਿਸ਼ 'ਚ ਕੀ ਹੋਲਡ ਹੈ, ਤੇ ਬੱਚੇ ਦੀ ਫਰਦਰ ਓਪਰਚੁਨਿਟੀਜ਼ ਕੀ ਹੋ ਸਕਦੀਆਂ, ਇਹਨੂੰ ਕਿਸ ਉੱਤੇ ਵਰਕ ਕਰਨਾ ਚਾਹੀਦਾ ਹੈ, ਸਾਈਕੋਲੋਜੀਕਲ ਗਾਈਡੈਂਸ ਕੀ ਹੈਗੀ ਹੈ, ਪੇਰੈਂਟਸ ਨੂੰ ਕਿਸ ਜਗ੍ਹਾ ਵਰਕ ਕਰਨਾ ਚਾਹੀਦਾ ਹੈ। ਇੱਕ ਡੈਪਥ ਡਿਟੇਲ ਰਿਪੋਰਟ ਹਰ ਪੇਰੈਂਟ ਨੂੰ ਮਿਲੇ। ਆਊਟ ਆਫ ਦ ਬਾਕਸ ਕੁਐਸਚਨ ਪੁੱਛਣ ਲੱਗੀ ਕਿ ਆਰ ਯੂ ਪਲੈਨਿੰਗ ਫॉर ਸਮ ਟ੍ਰਾਇਲ ਆਲਸੋ, ਕਿ ਜੇ ਪੇਰੈਂਟਸ ਨੇ ਸਪੋਜ਼ ਟ੍ਰਾਇਲ ਲੈਣਾ ਹੋਵੇ? obvious ਅਸੀਂ ਬਿਲਕੁਲ, ਕਿਉਂਕਿ ਮੈਂ ਇੰਨਾ ਕੌਨਫੀਡੈਂਸ ਨੂੰ ਦੇਖ, ਕਿਉਂਕਿ ਮੈਂ ਕਿਹਾ ਮੇਰੇ ਸ਼ੋਅ ਤੇ ਚੱਲ ਰਿਹਾ ਤੇ ਮੈਂ ਇੱਥੇ ਟ੍ਰਾਇਲ ਦਵਾਦਾ ਆਪਣੀ ਜਿਹੜੀ ਆਡੀਅנס ਹੈ ਨਾ, ਦੇ ਕੈਨ ਆਲਸੋ ਟੇਕ ਅ ਟ੍ਰਾਇਲ। ਇੱਕ ਦਿਨ ਜਾਂ 2 ਦਿਨ ਦਾ ਉਹਨਾਂ ਨੇ ਟ੍ਰਾਇਲ ਲੈਣਾ ਹੋਵੇ ਕਿ 1-2 ਦਿਨ ਅਸੀਂ ਕਿਉਂ ਕਹਿੰਦੇ, ਅਸੀਂ ਪੂਰਾ ਇੱਕ ਵੀਕ ਦਾ ਟ੍ਰਾਇਲ ਲੈਂਦੇ ਹਾਂ। ਵਟ ਦੇ ਨੀਡ ਟੂ ਡੂ ਇਸ ਸਾਡੀ ਕਾਉਂਸਲਿੰਗ ਕਰਨ, ਇੱਕ ਵਾਰੀ ਐਡਮਿਸ਼ਨ ਲੈ ਲੈਣ, ਉਹਨਾਂ ਨੂੰ ਇੱਕ ਵੀਕ ਦਾ ਟਾਈਮ ਮਿਲਦਾ ਹੈ। ਸਾਡੇ ਟੀਚਰ ਉਹਨਾਂ ਘਰ ਜਾਣਗੇ, ਉਹਨਾਂ ਦੇ ਸਟੂਡੈਂਟ ਨੂੰ ਪੜ੍ਹਾਉਣਗੇ, ਇੱਕ ਵੀਕ ਤੋਂ ਬਾਅਦ ਉਹਨਾਂ ਨੇ ਫੀਸ ਡਿਪੋਜ਼ਿਟ ਕਰਨੀ ਹੈ। ਉਸ ਤੋਂ ਪਹਿਲੇ ਕੁਝ ਨਹੀਂ, ਉਸ ਤੋਂ ਪਹਿਲੇ ਸਿਰਫ ਉਹਨਾਂ ਨੇ ਸਾਡੀ ਕਾਉਂਸਲਿੰਗ ਕਰਵਾਉਣੀ ਹੈ, ਜਿਹਦਾ ਕੋਈ ਚਾਰਜ ਨਹੀਂ, ਇੱਕ ਐਡਮਿਸ਼ਨ ਕਰਵਾਉਣਗੇ। ਜਦੋਂ ਐਡਮਿਸ਼ਨ ਉਹਨਾਂ ਦੀ ਹੋ ਜਾਏਗੀ ਤਾਂ ਉਸ ਤੋਂ ਬਾਅਦ ਇੱਕ ਵੀਕ ਦਾ ਉਹਨਾਂ ਨੂੰ ਟਾਈਮ ਮਿਲੇਗਾ ਕਿ ਉਹ ਆਰਾਮ ਨਾਲ ਬੱਚੇ ਜੱਜ ਕਰਦੇ। ਅਗਰ ਉਹਨਾਂ ਨੂੰ ਨਹੀਂ ਪਸੰਦ, ਉਹਨਾਂ ਨੂੰ ਫੀਸ ਦੇਣ ਦੀ ਵੀ ਲੋੜ ਨਹੀਂ। ਅਸੀਂ ਇਹ ਨਹੀਂ ਕਹਾਂਗੇ ਕਿ ਰਿਫੰਡ ਜਾਂ ਕੁਝ, ਅਸੀਂ ਫੀਸ ਲਾਈ ਨਹੀਂ ਰਹੇ। ਅਸੀਂ ਸੋ ਕੌਨਫੀਡੈਂਟ ਕਿ ਸਾਡੇ ਟੀਚਰ ਹਾਈਲੀ ਕੁਆਲੀਫਾਈਡ ਨੇ, ਪੋਲਿਸ਼ਡ ਨੇ, ਉਹ ਅੱਛਾ ਹੀ ਪੜ੍ਹਾਉਣਗੇ, ਤੁਹਾਨੂੰ ਜ਼ਰੂਰ ਪਸੰਦ ਹੀ ਆਏਗਾ। ਔਰ ਬਕਾਇਦਾ ਇਸ ਤੋਂ ਇਲਾਵਾ ਤੁਸੀਂ ਕਲਾਸ ਕੰਟੀਨਿਊ ਕਰ ਰਹੇ ਹੋ, 2 ਮਹੀਨੇ ਬਾਅਦ ਲੱਗਦਾ ਕਿ ਨਹੀਂ ਹੁਣ ਟੀਚਰ ਨਹੀਂ ਅੱਛਾ, ਤੁਸੀਂ ਸਾਲ 'ਚ ਜਿੰਨੀ ਮਰਜ਼ੀ ਵਾਰੀ ਟੀਚਰ ਚੇਂਜ ਕਰੋ, ਤੁਹਾਨੂੰ ਕੋਈ ਆਬਜੈਕਸ਼ਨ ਨਹੀਂ। ਵੈਰੀ ਨਾਈਸ। ਦਿਸ ਇਜ਼ ਸਮਥਿੰਗ ਕਿ ਜਿਹੜਾ ਬਹੁਤ ਪ੍ਰੋਬਲਮ ਸੋਲਵਿੰਗ ਹੈ, ਦੋ ਕਿ ਇਹਦੇ ਵਿੱਚ ਬਹੁਤ ਚੀਜ਼ਾਂ ਇਨਵੋਲਵਡ ਨੇ। ਇੱਕ ਨਿਊ ਕਨਸੈਪਟ ਨੂੰ ਡਿਵੈਲਪ ਕਰਨਾ, ਇੱਕ ਟੀਚਰਸ ਨੂੰ ਉਸ ਹਿਸਾਬ ਨਾਲ ਟ੍ਰੇਨ ਕਰਨਾ, ਇੱਕ ਬਿਲਕੁਲ ਇੱਕ ਆਪਣਾ ਹੀ ਵਰਚੁਅਲ ਸਕੂਲ ਹੀ ਬਣਾਉਣਾ ਕਿ ਜਿਹੜਾ ਉਲਟਾ ਚੱਲ ਰਿਹਾ। ਉੱਥੇ ਪਹਿਲਾਂ ਬੱਚੇ ਜਾਂਦੇ ਸੀ, ਹੁਣ ਟੀਚਰਸ ਜਾਇਆ ਕਰਨਗੇ। ਬਹੁਤ ਜ਼ਿਆਦਾ ਇਹਦੇ ਵਿੱਚ ਐਫਰਟ ਵੀ ਹੈ, ਬਹੁਤ ਜ਼ਿਆਦਾ ਇਹਦੇ ਵਿੱਚ ਸਾਡੀ ਹਰ ਪੱਖੋਂ ਹੀ, ਫਾਈਨੈਂਸ਼ੀਅਲ ਪੱਖੋਂ ਨੂੰ ਡਿਵੈਲਪ ਕਰਨ, ਹਰ ਚੀਜ਼ 'ਚ ਜਿਹੜੀ ਹੈ ਬੜੀ ਇਨਵੋਲਵਮੈਂਟ ਹੈ। ਬਟ ਸਟਿਲ ਹੀ ਇਜ਼ ਵੈਰੀ ਪੈਸ਼ਨੇਟ ਅਬਾਊਟ ਇਟ, ਵੈਰੀ ਕੰਸਿਸਟੈਂਟ, ਤੇ ਬਹੁਤ ਹੀ ਮੈਨੂੰ ਵਧੀਆ ਲੱਗਾ
ਸੋ ਲਾਸਟ ਵਿੱਚ ਮੈਂ ਇਹ ਕਹਿਣਾ ਚਾਹੁੰਦੀ ਕਿ ਜਿਹੜੇ ਬੱਚੇ ਇਸ ਚੀਜ਼ ਨੂੰ ਨਹੀਂ ਅਫੋਰਡ ਕਰ ਸਕਦੇ, ਰਾਈਟ, ਕਿ ਉਹਨਾਂ ਨੂੰ ਘਰੇ ਕੋਈ ਪੜ੍ਹਾਉਣ ਆਵੇ, ਉਹਨਾਂ ਲਈ ਕੀ ਮੈਸੇਜ ਹੈ ਤੁਹਾਡਾ? ਪਹਿਲਾ ਬੱਚੇ ਦੀ ਸੈਲਫ ਸਟੱਡੀ ਹੈ। ਅਸੀਂ ਉਹਨਾਂ ਨੂੰ ਬੱਚੇ ਨੂੰ ਇਹੀ ਗਾਈਡ ਕਰਦੇ ਕਿ ਜਿੰਨੀ ਸੈਲਫ ਸਟੱਡੀ ਇੰਪੋਰਟੈਂਟ ਹੈ ਉਸ ਤੋਂ ਇੰਪੋਰਟੈਂਟ ਕੁਝ ਨਹੀਂ ਹੈ। ਤੁਸੀਂ ਅਸੀਂ ਅਫੋਰਡੇਬਿਲਟੀ ਦੀ ਗੱਲ ਕਰੀਏ ਤੇ ਬਹੁਤ ਹੀ ਲੋ ਪ੍ਰਾਈਸ ਸਟਰਕਚਰ 'ਚ ਹੈਗਾ। 10th ਤੇ ਵੈਸੇ ਵੀ 2000 ਰੁਪਏ ਇੱਕ ਸਬਜੈਕਟ ਦਾ ਖਰਚ ਹੀ ਰਹੇ ਹੋ, ਤੁਸੀਂ 2 ਤੋਂ 3 ਸਬਜੈਕਟ ਲੈਣੇ ਹੀ ਹੈ। ਸੇਮ ਕਾਸਟਿੰਗ 'ਚ ਤੁਹਾਨੂੰ ਇੱਕ ਹੋਮ ਟਿਊਟਰ ਮਿਲ ਸਕਦਾ ਹੈ, ਤੁਸੀਂ ਆਪ ਕਰ ਸਕਦੇ ਹੋ। ਬਕਾਇਦਾ ਸਾਡਾ ਇੰਸਟੀਚਿਊਟ ਆਲਰੇਡੀ ਪਲਾਨ ਕਰ ਰਿਹਾ ਜਿਹੜੇ ਬੱਚੇ ਬਿਲੋ ਪੋਵਰਟੀ ਲਾਈਨ ਹੈ ਅਸੀਂ ਉਹਨਾਂ ਦੇ ਇੱਕ ਸਪੈਸ਼ਲ ਟੈਸਟ ਅਰੇਂਜ ਕਰਾਂਗੇ ਤੇ ਜਿਹੜੇ ਪ੍ਰੋਫਿਟਸ ਸਾਨੂੰ ਇਸ ਇੰਸਟੀਚਿਊਟ ਤੋਂ ਆ ਰਹੇ ਹੈ ਉਹਨਾਂ ਨੂੰ ਇਸ ਤਰੀਕੇ ਨਾਲ ਡਿਵਰਟ ਕਰਾਂਗੇ ਕਿ ਜਿਹੜੇ ਬਿਲੋ ਪੋਵਰਟੀ ਲਾਈਨ ਹੈ ਉਹਨਾਂ ਦੀ ਜੇਈ ਮੀਨਸ ਤੇ ਨੀਟ ਦੀ ਤਿਆਰੀ ਫ੍ਰੀ ਆਫ ਕਾਸਟ ਹੋਏਗੀ। ਇਹ ਅਸੀਂ ਬਿਲਕੁਲ ਪਲੈਨਿੰਗ ਕਰ ਰਹੇ ਹਾਂ, ਇਹ 100% ਸ਼ੋਰ ਹੈ। ਜਿਸ ਤਰ੍ਹਾਂ ਥੋੜਾ ਕੋਵਿਡ ਡਾਊਨ ਜਾਏਗਾ ਉਹਨਾਂ ਵਾਸਤੇ ਸਪੈਸ਼ਲ ਅਸੀਂ ਇੱਕ ਪਲੇਸ ਤਿਆਰ ਕਰ ਰਹੇ ਹਾਂ ਕਿ ਬਿਲੋ ਪੋਵਰਟੀ ਲਾਈਨ ਜਿਹੜੇ ਬੱਚੇ ਆ ਉਹਨਾਂ ਦੀ ਫ੍ਰੀ ਆਫ ਐਜੂਕੇਸ਼ਨ ਹੋਏਗੀ, ਤੋਂ ਐਜੂਕੇਸ਼ਨ ਥਰੂ ਇਹ ਜਿਹੜੇ ਪ੍ਰੋਫਿਟਸ ਇੱਥੇ ਕਲੈਕਟ ਹੋਏ ਹੋਣਗੇ ਉਸ ਤੇ ਹੋਣਗੇ। ਥੈਂਕ ਯੂ ਸੋ ਮਚ ਫॉर ਬੀਇੰਗ ਔਨ ਦ ਸ਼ੋ। ਥੈਂਕ ਯੂ ਮੈਮ। ਇਹ ਸੀ ਸਾਡੇ ਨਾਲ ਨਵਤੇਸ਼ ਐਂਡ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਬਰਡਿੰਗ ਐਂਟਰਪ੍ਰੀਨਿਓਰਸ ਨੂੰ, ਪੈਸ਼ਨੇਟ ਐਂਟਰਪ੍ਰੀਨਿਓਰਸ ਨੂੰ ਤੇ ਵਾਕਈ ਜਿਹੜਾ ਯੂਥ ਆ ਨਿਊ ਆਈਡੀਆਜ਼ ਨਾਲ ਆ ਰਿਹਾ ਹੈ ਉਹਨਾਂ ਨੂੰ ਆਪਣੇ ਸ਼ੋਅ ਦੇ ਵਿੱਚ ਲੈ ਕੇ ਆਈਏ। ਕੋਈ ਵੀ ਆਈਡੀਆ ਜਿਹੜਾ ਤਾਂ ਹੀ ਸਕਸੈਸਫੁਲ ਹੁੰਦਾ ਹੈ ਜੇ ਉਹ ਕੋਈ ਪ੍ਰੋਬਲਮ ਸੋਲਵ ਕਰ ਰਿਹਾ ਹੋਵੇ ਐਂਡ ਆਈ ਥਿੰਕ ਦੇ ਆਰ ਸੋਲਵਿੰਗ ਦ ਪ੍ਰੋਬਲਮ ਕਿ ਬੱਚੇ ਨੂੰ ਟੀਚਰ 1-on-1 ਟੀਚਿੰਗ ਉਹਨੂੰ ਮਿਲ ਜੇ ਐਂਡ ਉਸ ਤੋਂ ਵੀ ਬਿਹਤਰ ਜਿਹੜਾ ਕਿ ਉਹਨਾਂ ਨੇ ਕਰਤਾ ਕਿ ਅੱਗੇ ਤੇ ਇੱਕ ਟੀਚਰ 40 ਬੱਚਿਆਂ ਵੱਲ ਧਿਆਨ ਦੇ ਰਿਹਾ ਸੀ ਬਟ ਹੁਣ 1-to-1 ਟੀਚਿੰਗ ਵੀ ਜਿਹੜੀ ਆ ਉਹ ਹੋ ਸਕਦੀ ਹੈ। ਪਲੱਸ ਬਿਜ਼ਨਸ ਸਾਰੇ ਹੀ ਮਾਰਕੀਟ ਦੇ ਵਿੱਚ ਹੁੰਦੇ ਨੇ, ਚੀਜ਼ਾਂ ਆਲਰੇਡੀ ਮਾਰਕੀਟ ਦੇ ਵਿੱਚ ਹੁੰਦੀਆਂ ਨੇ ਬਟ ਉਹਨਾਂ ਨੂੰ ਆਰਗੇਨਾਈਜ਼ ਫਾਰਮ ਦੇ ਵਿੱਚ ਕਰਨਾ, ਉਹਨਾਂ ਨੂੰ ਸਟਰਕਚਰ ਕਰਨਾ, ਉਹਨਾਂ ਤੇ ਐਫਰਟ ਲਗਾਉਣਾ, ਉਹਦੇ ਵਿੱਚ ਐਫੀਸ਼ੀਐਂਸੀ ਲੈ ਕੇ ਆਉਣਾ। ਸੋ that is the job of an entrepreneur, that is the job of an idea generator. I hope ਕਿ ਤੁਹਾਨੂੰ ਅੱਜ ਦਾ ਇਹ ਸ਼ੋਅ ਬਹੁਤ ਅੱਛਾ ਲੱਗਾ ਹੋਵੇਗਾ। ਨਵਤੇਸ਼ ਜੀ ਦਾ ਨੰਬਰ ਜਿਹੜਾ ਹੈ ਉਹ ਮੈਂ ਆਪਣੇ below the screen ਤੁਸੀਂ ਦੇਖ ਰਹੇ ਹੋਗੇ, so you can always contact to them and book an appointment with him. Thank you so much.